आज बहुत सारा यूथ जो नशों के कारण अपने जीवन को खराब कर चुके हैं और उन चीजों से वो कभी बाहर नहीं निकल पा रहे थे, जिसकी वजह से अपनी जिंदगी में हमेशा निराशा को, हमेशा उदासी को देखते थे। पर जब आप परमेश्वर की जीवित हजूरी में आते हैं तो परमेश्वर आपको नशों से, उन पाप से आजाद करता है जिनसे आप अपनी ताकत से नहीं निकल पाते। इसी तरह से इस भाई की गवाही को आप सुनेंगे कि परमेश्वर ने कैसे अद्भुत रीति के साथ इनकी जिंदगी में छुटकारा दिया। ਪਹਿਲੀ ਵਾਰ ਮੈਂ ਪन्नी ਤੇ ਉਹਨੂੰ ਸਿਲਵਰ ਫੋਇਲ ਦੇ ਉੱਤੇ ਯੂਜ਼ ਕੀਤਾ ਸੀ ਔਰ ਉਸ ਤੋਂ ਬਾਅਦ ਮੈਂ 1-2 ਦਿਨ ਬਾਅਦ ਹੀ ਮੈਂ ਉਹਨੂੰ ਇੰਜੈਕਸ਼ਨ ਤੇ ਲੈਣਾ ਸ਼ੁਰੂ ਕਰ ਦਿੱਤਾ ਸੀਗਾ। ਫਿਰ ਮੈਂ ਪਹਿਲਾਂ ਚਿੱਟਾ ਲੈਣਾ, ਸਵੇਰੇ ਮਾਰਨਿੰਗ ਉੱਠ ਕੇ ਪਹਿਲਾਂ ਮੈਂ ਇੰਜੈਕਸ਼ਨ ਲਗਾਉਣਾ ਉਹਦਾ ਔਰ ਫਿਰ ਉਸ ਤੋਂ ਬਾਅਦ ਭੰਗ ਪੀਣੀ। ਜਦੋਂ ਮੇਰੇ ਘਰਦਿਆਂ ਨੇ ਦੇਖਿਆ ਕਿ ਮੈਂ ਨਸ਼ੇ ਦੇ ਵਿੱਚ ਪੈ ਗਿਆ ਹਾਂ ਤੇ ਮੇਰੇ ਘਰਦਿਆਂ ਨੇ ਮੈਨੂੰ ਰਿਹੈਬ ਸੈਂਟਰ, ਮੈਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹਨਾਂ ਨੇ ਮੈਨੂੰ ਐਡਮਿਟ ਕਰਵਾਇਆ ਔਰ 1 ਮਹੀਨਾ ਮੈਂ ਉੱਥੇ ਰਿਹਾ ਔਰ ਇਹ ਨਸ਼ਾ ਮੇਰੇ ਤੋਂ ਛੱਡ ਨਹੀਂ ਹੋਇਆ। पर जब ये अंकुरनुला मिनिस्ट्रीज में आए और परमेश्वर की सामर्थ ने इनको छुआ और इनको आजाद किया, तो आइए इस भाई की इस अद्भुत गवाही को हम सुनते हैं। ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਰਾਹੁਲ ਮਸੀਹ ਹੈ। ਮੈਂ ਜਲੰਧਰ ਦਾ ਰਹਿਣ ਵਾਲਾ ਹਾਂ, ਪਿੰਡ ਕਾਦੀਆਂ, ਔਰ ਮੈਂ ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਿਹਾ। ਹੁਣ ਮੇਰੀ ਉਮਰ 31 ਸਾਲ ਹੈ ਔਰ ਜਦੋਂ ਮੈਂ 20 ਸਾਲ ਦਾ ਸੀ ਮੈਂ ਸਕੂਲ 'ਚ ਪੜ੍ਹਦਾ ਸੀ ਤੇ ਲੋਕੀ ਜਿੱਦਾਂ ਮੁੰਡੇ ਜਿੱਦਾਂ ਪੀਂਦੇ ਸੀਗੇ ਸਿਗਰਟ ਵਗੈਰਾ, ਤਾਂ ਉਹਨਾਂ ਨੂੰ ਦੇਖਣਾ ਉਹਨਾਂ ਨੂੰ ਕਿ ਉਹ ਕੂਲ ਲੱਗਦੇ ਆ, ਤਾਂ ਅਸੀਂ ਵੀ ਉਸੇ ਤਰੀਕੇ ਨਾਲ ਇੱਕ ਪ੍ਰਭਾਵਿਤ ਹੋ ਕੇ ਤਾਂ ਅਸੀਂ ਵੀ ਸਿਗਰਟ ਪੀਣੀ ਸ਼ੁਰੂ ਕੀਤੀ ਫਸਟ ਟਾਈਮ। ਔਰ ਉਸ ਤੋਂ ਬਾਅਦ ਫਿਰ ਮੈਨੂੰ ਮੇਰੇ ਕਿਸੇ ਫਰੈਂਡ ਸਰਕਲ ਦੇ ਵਿੱਚ ਇੱਦਾਂ ਉਹ ਭੰਗ ਦਾ ਨਸ਼ਾ ਕਰਦੇ ਸੀਗੇ, ਉਹ ਵੀ ਮੈਂ ਉਹਨਾਂ ਨੂੰ ਦੇਖ ਕੇ, ਆਪਣੇ ਫਰੈਂਡ ਸਰਕਲ ਨੂੰ ਦੇਖ ਕੇ ਤੇ ਮੈਂ ਉਹ ਵੀ ਸ਼ੁਰੂ ਕਰ ਦਿੱਤਾ। ਮੈਂ ਉਹ ਵੀ ਟਰਾਈ ਕੀਤਾ ਕਿ ਨਸ਼ਾ ਇਹ ਕਿੱਦਾਂ ਦਾ ਨਸ਼ਾ ਆ, ਤੇ ਮੈਂ ਭੰਗ ਵੀ ਪੀਣ ਲੱਗ ਗਿਆ। ਫਿਰ ਉਸ ਤੋਂ ਬਾਅਦ ਮੈਂ ਆਪਣੇ ਇੱਕ ਫਰੈਂਡ ਨੂੰ ਮਿਲਿਆ ਔਰ ਮੈਂ ਥੋੜਾ ਪਰੇਸ਼ਾਨੀ ਦੇ ਵਿੱਚ ਸੀਗਾ ਔਰ ਮੇਰੇ ਫਰੈਂਡ ਨੇ ਮੈਨੂੰ ਚਿੱਟੇ ਦੇ ਨਸ਼ੇ ਆ ਉਹ ਵੀ ਕਰਦਾ ਸੀਗਾ ਤੇ ਉਹਨੇ ਮੈਨੂੰ ਇੱਕ ਦਿਨ ਇਸੇ ਤਰੀਕੇ ਨਾਲ ਉਹਨੇ ਦਿਖਾਇਆ, ਉਹਨੇ ਮੈਨੂੰ ਆਫਰ ਕੀਤਾ ਔਰ ਪਹਿਲੇ ਤਾਂ ਮੈਂ ਲੈਣਾ ਨਹੀਂ ਚਾਹੁੰਦਾ ਸੀ, ਬਟ ਫਿਰ ਮੈਂ ਇੱਕ ਵਾਰੀ ਟਰਾਈ ਕਰ ਲਿਆ ਉਹਨੂੰ ਔਰ ਮੈਂ ਜਦੋਂ ਟਰਾਈ ਕੀਤਾ ਤਾਂ ਮੈਨੂੰ ਬਹੁਤ ਅੱਛਾ ਲੱਗਾ। ਮੈਨੂੰ ਇੱਕਦਮ ਸਭ ਕੁਝ, ਮੇਰੀ ਟੈਨਸ਼ਨ ਜਿਹੜੀ ਉਹ ਰਿਲੀਵ ਮੈਨੂੰ ਮਿਲਿਆ ਸੀ ਉਸ ਚੀਜ਼ ਤੋਂ ਔਰ ਉਹ ਨਸ਼ਾ ਮੈਨੂੰ ਬਹੁਤ ਵਧੀਆ ਲੱਗਾ। ਪਹਿਲੀ ਵਾਰ ਮੈਂ ਪन्नी ਤੇ ਉਹਨੂੰ ਸਿਲਵਰ ਫੋਇਲ ਦੇ ਉੱਤੇ ਯੂਜ਼ ਕੀਤਾ ਸੀ ਔਰ ਉਸ ਤੋਂ ਬਾਅਦ ਮੈਂ 1-2 ਦਿਨ ਬਾਅਦ ਹੀ ਮੈਂ ਉਹਨੂੰ ਇੰਜੈਕਸ਼ਨ ਤੇ ਲੈਣਾ ਸ਼ੁਰੂ ਕਰ ਦਿੱਤਾ ਸੀਗਾ ਔਰ ਇੰਜੈਕਸ਼ਨ ਲੈਣ ਦੇ ਨਾਲ ਫਿਰ ਮੈਂ ਪਹਿਲਾਂ ਚਿੱਟਾ ਲੈਣਾ ਸਵੇਰੇ ਔਰ ਇੰਜੈਕਸ਼ਨ ਲੈਣ ਦੇ ਨਾਲ ਫਿਰ ਮੈਂ ਪਹਿਲਾਂ ਚਿੱਟਾ ਲੈਣਾ, ਸਵੇਰੇ ਮਾਰਨਿੰਗ ਉੱਠ ਕੇ ਪਹਿਲਾਂ ਮੈਂ ਇੰਜੈਕਸ਼ਨ ਲਗਾਉਣਾ ਉਹਦਾ ਔਰ ਫਿਰ ਉਸ ਤੋਂ ਬਾਅਦ ਭੰਗ ਪੀਣੀ ਔਰ ਭੰਗ ਪੀ ਕੇ ਮੈਂ ਸਾਰਾ ਦਿਨ ਇਸੇ ਤਰੀਕੇ ਨਾਲ ਆਪਣੇ ਯਾਰਾਂ ਦੋਸਤਾਂ ਨਾਲ ਘੁੰਮਦਾ ਰਹਿਣਾ। ਮੈਂ ਜਦੋਂ ਨਸ਼ਾ ਕਰਦਾ ਸੀ ਤੇ ਮੇਰੇ ਘਰਦਿਆਂ ਨੂੰ ਪਹਿਲਾਂ ਤਾਂ ਨਹੀਂ ਪਤਾ ਸੀ ਇਸ ਗੱਲ ਦਾ, ਲੇਕਿਨ ਹੌਲੀ ਹੌਲੀ ਮੇਰੇ ਹੀ ਫਰੈਂਡ ਸਰਕਲਸ ਦੇ ਵਿੱਚ ਜਿਹੜੇ ਨਹੀਂ ਨਸ਼ਾ ਕਰਦੇ ਸੀਗੇ, ਮੁੰਡੇ ਜਿਹੜੇ ਚੰਗੇ ਸੀ, ਉਹਨਾਂ ਨੇ ਮੇਰੇ ਘਰਦਿਆਂ ਨੂੰ ਦੱਸਿਆ ਕਿ ਰਾਹੁਲ ਨਸ਼ੇ ਕਰਨ ਲੱਗ ਗਿਆ ਹੈ ਔਰ ਮੇਰੇ ਘਰ ਦੇ ਬਹੁਤ ਜ਼ਿਆਦਾ ਇਸ ਚੀਜ਼ ਤੋਂ ਪਰੇਸ਼ਾਨ ਹੋ ਗਏ ਸੀ, ਬਹੁਤ ਜ਼ਿਆਦਾ ਉਹ ਦੁਖੀ ਹੋ ਗਏ ਸੀ ਇਸ ਗੱਲ ਤੋਂ ਕਿ ਸਾਡਾ ਮੁੰਡਾ ਨਸ਼ਿਆਂ ਦੇ ਵਿੱਚ ਪੈ ਗਿਆ। ਔਰ ਮੇਰੇ ਘਰਦਿਆਂ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਬਟ ਮੈਂ ਨਹੀਂ ਸੀ ਮੰਨਦਾ ਕਿਉਂਕਿ ਉਹ ਨਸ਼ਾ ਜਿਹੜਾ ਸੀਗਾ ਉਹ ਜੇ ਅਸੀਂ ਨਹੀਂ ਕਰਦੇ ਸੀਗੇ ਤਾਂ ਮੈਨੂੰ ਉਸ ਚੀਜ਼ ਦੀ ਫਿਰ ਤੋੜ ਲੱਗਦੀ ਸੀਗੀ। ਮੈਨੂੰ ਉਹ ਚੀਜ਼ ਜਿੱਦਾਂ ਮੈਨੂੰ ਬਹੁਤ ਜ਼ਿਆਦਾ ਮੇਰੀ ਬਾਡੀ 'ਚ ਪੇਨ ਹੁੰਦੀ ਸੀਗੀ ਜੇ ਮੈਂ ਨਸ਼ਾ ਉਹ ਨਹੀਂ ਕਰਦਾ ਸੀਗਾ, ਤੇ ਉਹ ਮੈਨੂੰ ਕਰਨਾ ਹੀ ਪੈਂਦਾ ਸੀਗਾ ਮਜਬੂਰਨ। ਜਦੋਂ ਮੇਰੇ ਘਰਦਿਆਂ ਨੇ ਦੇਖਿਆ ਕਿ ਮੈਂ ਨਸ਼ੇ ਦੇ ਵਿੱਚ ਪੈ ਗਿਆ ਹਾਂ ਤੇ ਮੇਰੇ ਘਰਦਿਆਂ ਨੇ ਮੈਨੂੰ ਰਿਹੈਬ ਸੈਂਟਰ, ਮੈਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹਨਾਂ ਨੇ ਮੈਨੂੰ ਐਡਮਿਟ ਕਰਵਾਇਆ ਔਰ 1 ਮਹੀਨਾ ਮੈਂ ਉੱਥੇ ਰਿਹਾ ਔਰ 1 ਮਹੀਨਾ ਰਹਿਣ ਤੋਂ ਬਾਅਦ ਜਦੋਂ ਮੈਂ ਵਾਪਸ ਘਰ ਆਇਆ ਹਾਂ ਆਪਣੇ ਔਰ ਮੈਂ ਫਿਰ ਉਸੇ ਸੰਗਤੀ ਦੇ ਵਿੱਚ ਦੁਬਾਰਾ ਨਸ਼ੇ ਕਰਨ ਲੱਗ ਗਿਆ, ਉਸੇ ਸੰਗਤੀ ਦੇ ਵਿੱਚ ਫਿਰ ਚਲਾ ਗਿਆ ਔਰ ਇਹ ਨਸ਼ਾ ਮੇਰੇ ਤੋਂ ਛੱਡ ਨਹੀਂ ਹੋਇਆ। ਇੱਕ ਦਿਨ ਮੈਂ ਇਸ ਤਰੀਕੇ ਨਾਲ ਮੇਰੀ ਜੋ ਨਸ਼ੇ ਦੀ ਡੋਜ਼ ਸੀਗੀ ਉਹ ਬਹੁਤ ਜ਼ਿਆਦਾ ਵੱਧ ਗਈ ਸੀਗੀ ਔਰ ਮੈਂ ਡੇਲੀ 2-3 ਨਸ਼ੇ ਇਕੱਠੇ ਕਰਨ ਲੱਗ ਗਿਆ ਸੀ ਔਰ ਇੱਕ ਦਿਨ ਮੈਂ ਇਸੇ ਤਰੀਕੇ ਨਾਲ ਜਦੋਂ ਨਸ਼ੇ ਕੀਤੇ ਸੀ 2-3 ਇਕੱਠੇ ਔਰ ਉਹ ਨਸ਼ਿਆਂ ਦੇ ਕਾਰਨ ਮੇਰੀ ਜਿਹੜੀ ਬਾਡੀ ਸੀ ਉਹ ਬਹੁਤ ਜ਼ਿਆਦਾ ਵੀਕ ਹੁੰਦੀ ਪਈ ਸੀਗੀ ਔਰ ਉਹ ਵੀਕਨੈਸ ਦੇ ਕਰਕੇ ਜਦੋਂ ਮੈਂ ਨਸ਼ੇ 2-3 ਇਕੱਠੇ ਕੀਤੇ ਆ ਔਰ ਬਹੁਤ ਜ਼ਿਆਦਾ ਬੁਰੇ ਤਰੀਕੇ ਨਾਲ ਇਫੈਕਟ ਕੀਤਾ ਉਹਨੇ ਮੇਰੇ ਬਾਡੀ ਦੇ ਉੱਤੇ ਔਰ ਮੈਨੂੰ ਮੇਰੀ ਕੰਡੀਸ਼ਨ ਇਸ ਤਰ੍ਹਾਂ ਦੀ ਹੋ ਗਈ ਸੀ ਕਿ ਮੈਂ ਮਰਨ ਦੇ ਹਾਲਾਤ ਵਿੱਚ ਆ ਗਿਆ ਸੀਗਾ। ਮੈਂ ਹਸਪੀਟਲ ਦੇ ਵਿੱਚ ਮੇਰੇ ਦੋਸਤ ਮੈਨੂੰ ਲੈ ਕੇ ਗਏ ਔਰ ਮੈਨੂੰ ਘਬਰਾਹਟ ਇੰਨੀ ਜ਼ਿਆਦਾ ਹੋ ਰਹੀ ਸੀ ਉਹ ਨਸ਼ਿਆਂ ਦੇ ਕਰਕੇ, ਤੇ ਮੇਰੇ ਦੋਸਤ ਮੈਨੂੰ ਜਦੋਂ ਹਸਪੀਟਲ ਲੈ ਕੇ ਗਏ ਤੇ ਉਹ ਹਸਪੀਟਲ ਦੇ ਵਿੱਚ 2 ਹਸਪੀਟਲਸ ਨੇ ਤਾਂ ਮੈਨੂੰ ਜਵਾਬ ਦੇ ਦਿੱਤਾ ਸੀ ਔਰ ਉਹ ਕਹਿੰਦੇ ਅਸੀਂ ਟ੍ਰੀਟ ਨਹੀਂ ਕਰਾਂਗੇ ਕਿਉਂਕਿ ਮੇਰਾ BP ਬਹੁਤ ਜ਼ਿਆਦਾ ਵੱਧ ਗਿਆ ਸੀ ਉਹ ਨਸ਼ੇ ਦੇ ਕਰਕੇ। ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੂੰ ਹਸਪੀਟਲ ਦੇ ਵਿੱਚ ਮੈਂ ਗਿਆ, ਤੀਸਰੇ ਹਸਪੀਟਲ ਦੇ ਵਿੱਚ, ਤੇ ਉਹਨਾਂ ਨੇ ਮੈਨੂੰ ਟ੍ਰੀਟ ਕੀਤਾ ਔਰ ਮੈਂ ਥੋੜਾ ਰਿਲੀਫ ਹੋਇਆ, ਮੈਨੂੰ ਥੋੜਾ ਰਿਲੀਫ ਹੋ ਗਿਆ ਸੀ ਮੈਂ ਉਸ ਚੀਜ਼ ਤੋਂ ਔਰ ਬਟ ਉਸ ਤੋਂ ਬਾਅਦ ਵੀ ਮੈਂ ਨਸ਼ਾ ਜਿਹੜਾ ਕਰਨਾ ਉਹ ਮੈਂ ਬੰਦ ਨਹੀਂ ਕੀਤਾ ਸੀਗਾ। ਮੈਂ ਮਰਨ ਦੀ ਹਾਲਾਤ ਦੇ ਵਿੱਚੋਂ ਵੀ ਨਿਕਲਣ ਤੋਂ ਬਾਅਦ ਵੀ ਮੈਂ ਨਸ਼ਾ ਨਹੀਂ ਆਪਣਾ ਬੰਦ ਕੀਤਾ ਸੀਗਾ ਔਰ ਮੈਂ ਦੁਬਾਰਾ ਫਿਰ ਨਸ਼ੇ ਦੇ ਵਿੱਚ ਚਲਾ ਗਿਆ ਔਰ ਉਸ ਨਸ਼ੇ ਦੇ ਕਾਰਨ ਮੈਨੂੰ ਪੈਨਿਕ ਅਟੈਕ ਹੋਣੇ ਸ਼ੁਰੂ ਹੋ ਗਏ ਸੀਗੇ ਔਰ ਮੈਂ ਫਿਰ ਜਦੋਂ ਮੈਨੂੰ ਪੈਨਿਕ ਅਟੈਕ ਹੋਣੇ ਸ਼ੁਰੂ ਹੋਏ ਤੇ ਮੈਂ ਆਪਣੇ ਜੋ ਨੀਅਰ ਆਪਣੇ ਲਾਗੇ ਕੋਈ ਵੀ ਡਾਕਟਰਸ ਦੀ ਦੁਕਾਨਾਂ ਸੀ ਮੈਂ ਉੱਥੇ ਜਾ ਕੇ ਉਹਨਾਂ ਨੂੰ ਦੱਸਦਾ ਸੀ ਮੈਨੂੰ ਇਸ ਤਰੀਕੇ ਨਾਲ ਘਬਰਾਹਟ ਹੋ ਰਹੀ ਹੈ ਔਰ ਉਹ ਮੈਨੂੰ ਜੋ ਵੀ ਮੈਡੀਸਨ ਦਿੰਦੇ ਸੀ ਮੈਂ ਉਹ ਖਾ ਲੈਂਦਾ ਸੀਗਾ ਤੇ ਉਹ ਪ੍ਰੋਪਰਲੀ ਮੈਂ ਉਸ ਚੀਜ਼ ਨਾਲ ਹੀਲ ਨਹੀਂ ਹੋ ਪਾ ਰਿਹਾ ਸੀ, ਜਿਹਦੇ ਕਰਕੇ ਮੇਰੀ ਬਾਡੀ ਬਹੁਤ ਜ਼ਿਆਦਾ ਵੀਕ ਹੋਣ ਲੱਗ ਗਈ ਸੀ ਔਰ ਮੈਂ 1 ਸਾਲ ਪੂਰਾ ਬੈੱਡ ਤੇ ਮੰਜੇ ਤੇ ਰਿਹਾ। ਇਹ ਨਸ਼ਾ ਕਰਨ ਦੇ ਲਈ ਜੋ ਪੈਸੇ ਹੈ ਉਹ ਮੈਂ
ਆਪਣੇ ਘਰ ਦਾ ਤੋਂ ਮੰਗਦਾ ਸੀ, ਜਾਂ ਮੈਂ ਜੋ ਮੇਰੇ ਕੋਲ ਫੋਨ ਮੇਰੇ ਘਰ ਦੇ ਮੈਨੂੰ ਲੈ ਕੇ ਦਿੰਦੇ ਸੀਗੇ ਮੈਂ ਉਹ ਫੋਨ ਵੇਚ ਦੇਣਾ, ਜਾਂ ਮੇਰੇ ਕੋਲ ਜੋ ਮੇਰੀ ਕੋਈ ਜਿੱਦਾਂ ਕੋਈ ਮੈਂ ਮਹਿੰਗੀ ਕੋਈ ਵਾਚ ਲਗਾਈ ਹੈ ਜਾਂ ਕੁਛ ਇੱਦਾਂ ਦਾ ਕੁਛ ਵੀ ਮੇਰੇ ਕੋਲ ਹੈਗਾ ਉਹ ਮੈਂ ਆਪਣੀ ਚੀਜ਼ ਵੇਚ ਦੇਣੀ। ਇਸ ਨਸ਼ੇ ਦੇ ਦੌਰਾਨ ਮੈਂ ਵਿਆਭਿਚਾਰ ਦੇ ਵਿੱਚ ਚਲਾ ਗਿਆ ਸੀ ਔਰ ਸਾਰੀ ਰਾਤ ਫੋਨ ਚਲਾਈ ਜਾਣਾ, ਫੋਨ ਦੇ ਵਿੱਚ ਗਲਤ ਚੀਜ਼ਾਂ ਦੇਖੀ ਜਾਣੀਆਂ। ਮੇਰੇ ਰਿਲੇਟਿਵਸ ਵੀ ਜਿਹੜੇ ਸੀਗੇ ਉਹ ਵੀ ਉਹਨਾਂ ਨੂੰ ਵੀ ਪਤਾ ਸੀ ਕਿ ਨਸ਼ਾ ਕਰਦਾ ਇਹਨਾਂ ਦਾ ਮੁੰਡਾ ਬਹੁਤ ਜ਼ਿਆਦਾ, ਤੇ ਉਹ ਅੰਦਰੋਂ ਤਾਂ ਉਹਨਾਂ ਨੂੰ ਵੀ ਪਤਾ ਸੀਗਾ, ਉਹ ਮੈਨੂੰ ਬੋਲਦੇ ਸੀਗੇ। ਬਟ ਹਾਂ ਮੈਨੂੰ ਪਤਾ ਸੀ ਕਿ ਜੋ ਮੇਰੀ ਇੱਕ ਇਮੇਜ ਬਣ ਚੁੱਕੀ ਹੈ ਹੁਣ ਲੋਕਾਂ ਦੇ ਸਾਹਮਣੇ ਕਿ ਇਹ ਨਸ਼ੇੜੀ ਹੈ ਮੁੰਡਾ, ਇਹ ਨਸ਼ੇ ਕਰਦਾ ਆ, ਇਹ ਬਹੁਤ ਨਸ਼ੇ ਕਰਦਾ ਆ, ਹੈ ਨਾ। ਕਿਉਂਕਿ ਸਾਰਿਆਂ ਨੂੰ ਪਤਾ ਕਿ ਨਸ਼ੇ ਜਿਹੜਾ ਚਿੱਟੇ ਦਾ ਨਸ਼ਾ ਆ ਉਹ ਜ਼ਿਆਦਾਤਰ ਲੋਕੀ ਛੱਡ ਨਹੀਂ ਪਾਉਂਦੇ, ਲੋਕੀ ਮਰ ਜਾਂਦੇ ਆ, ਹੈ ਨਾ, ਜਾਂ ਨਹੀਂ ਛੱਡ ਪਾਉਂਦੇ ਉਸ ਚੀਜ਼ ਨੂੰ। ਕਿਉਂਕਿ ਮੇਰੇ ਆਪਣੇ ਦੋਸਤ ਕਈ ਜਿਹੜੇ ਡੈਥ ਵੀ ਜਿਨ੍ਹਾਂ ਦੀ ਹੋ ਗਈ ਸੀਗੀ, ਤਾਂ ਘਰ ਦੇ ਵੀ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਪਰੇਸ਼ਾਨ ਸੀਗੇ ਔਰ ਮੇਰੀ ਆਪਣੀ ਲਾਈਫ ਬਹੁਤ ਜ਼ਿਆਦਾ ਡਿਸਟਰਬ ਹੋਈ ਪਈ ਸੀ ਇਸ ਚੀਜ਼ ਤੋਂ ਲੈ ਕੇ। ਜਦੋਂ ਮੈਂ ਨਸ਼ਾ ਕਰਦਾ ਸੀ ਔਰ ਲੋਕੀ ਮੈਨੂੰ ਦੇਖ ਕੇ ਨਸ਼ੇੜੀ ਕਹਿੰਦੇ ਸੀ, ਤੇ ਮੈਂ ਨਸ਼ੇ ਉਸ ਦੇ ਕਾਰਨ ਮੈਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ ਜਦੋਂ ਮੈਨੂੰ ਕੋਈ ਵੀ ਦੇਖਦਾ ਸੀਗਾ। ਇਸ ਤਰੀਕੇ ਨਾਲ ਡਿਪਰੈਸ਼ਨ ਇੰਨਾ ਜ਼ਿਆਦਾ ਵੱਧ ਗਿਆ ਸੀਗਾ ਮਾਈਂਡ ਦੇ ਉੱਤੇ ਕਿ ਮੈਨੂੰ ਹੋ ਕੀ ਗਿਆ ਆ, ਡਾਕਟਰਸ ਤੋਂ ਦਵਾਈ ਲੈ ਰਿਹਾ ਪਿਆ, ਕੁਝ ਹੋ ਨਹੀਂ ਰਿਹਾ, ਅਸਰ ਨਹੀਂ ਹੋ ਰਿਹਾ। ਇਹ ਮੇਰੇ ਦਿਮਾਗ ਦੇ ਵਿੱਚ ਚੱਲਦਾ ਸੀ ਕਿ ਹੁਣ ਮੈਂ ਨਹੀਂ ਬਚੂੰਗਾ, ਮੈਂ ਹੁਣ ਮਰ ਜਾਊਂਗਾ, ਕਿਉਂਕਿ ਮੈਨੂੰ ਜੋ ਮੇਰੀ ਬਾਡੀ ਸੀ ਬਹੁਤ ਵੀਕ ਹੋ ਗਈ ਸੀਗੀ ਔਰ ਮੈਨੂੰ ਬਹੁਤ ਜ਼ਿਆਦਾ ਘਬਰਾਹਟ ਹੁੰਦੀ ਸੀ, ਬਹੁਤ ਜ਼ਿਆਦਾ ਬੇਚੈਨੀ ਰਹਿੰਦੀ ਸੀਗੀ, ਨੀਂਦ ਨਹੀਂ ਆਉਂਦੀ ਸੀ, ਤੇ ਮੈਨੂੰ ਲੱਗਦਾ ਸੀ ਸ਼ਾਇਦ ਹੁਣ ਮੈਂ ਮਰ ਜਾਵਾਂਗਾ ਜਲਦੀ। ਮੇਰੀ ਫੈਮਿਲੀ ਪ੍ਰਭੂ ਦੇ ਨਾਲ ਪਹਿਲਾਂ ਤੋਂ ਹੀ ਜੁੜੀ ਹੋਈ ਸੀਗੀ ਔਰ ਮੇਰੀ ਮਦਰ ਕਾਫੀ ਟਾਈਮ ਤੋਂ ਖਾਮਰਾ ਚਰਚ ਨਾਲ ਜੁੜੇ ਹੋਏ ਸੀ, ਬਟ ਮੈਂ ਨਹੀਂ ਸੀ ਉਸ ਤਰੀਕੇ ਨਾਲ ਜੁੜਿਆ ਹੋਇਆ ਜਿਸ ਤਰੀਕੇ ਨਾਲ ਮੇਰੇ ਮਦਰ ਜੁੜੇ ਸੀ। ਮੈਂ ਪਹਿਲੇ ਤੇ ਯਕੀਨ ਨਹੀਂ ਕਰਦਾ ਸੀ ਪ੍ਰਭੂ 'ਚ, ਪਰ ਜਦੋਂ ਮੈਂ ਟੁੱਟ ਚੁੱਕਾ ਸੀ, ਜਦੋਂ ਮੈਂ ਨਿਰਾਸ਼ ਸੀ, ਜਦੋਂ ਮੈਂ ਬਿਮਾਰ ਸੀਗਾ, ਜਦੋਂ ਮੈਨੂੰ ਕੁਝ ਵੀ ਨਹੀਂ ਸੀ ਦਿਖ ਰਿਹਾ ਕਿ ਮੇਰਾ ਕੋਈ ਹੱਲ ਹੈ ਜਾਂ ਨਹੀਂ ਹੈ, ਉਦੋਂ ਉਸ ਟਾਈਮ ਮੈਨੂੰ ਪ੍ਰਭੂ ਯਿਸੂ ਮਸੀਹ ਦੀ ਯਾਦ ਆਈ। ਔਰ ਉਸ ਤੋਂ ਬਾਅਦ ਫਿਰ ਜੋ ਮੇਰੀ ਇੱਕ ਆਸ ਸੀ, ਜਿਹੜੀ ਮੇਰੀ ਹੋਪ ਸੀ, ਉਹ ਸਿਰਫ ਪ੍ਰਭੂ ਯਿਸੂ ਮਸੀਹ ਤੇ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਹੁਣ ਮੈਨੂੰ ਜੇ ਕੋਈ ਬਚਾ ਸਕਦਾ ਹੈ ਤਾਂ ਸਿਰਫ ਪ੍ਰਭੂ ਯਿਸੂ ਮਸੀਹ ਹੀ ਮੈਨੂੰ ਬਚਾ ਸਕਦੇ ਆ। ਉਸ ਤੋਂ ਬਾਅਦ ਮੈਂ ਖਾਮਰਾ ਚਰਚ ਆਉਣਾ ਸ਼ੁਰੂ ਕੀਤਾ ਔਰ ਚਰਚ ਵਿੱਚ ਆ ਕੇ ਮੈਂ ਸਰਮਨ ਸੁਣਿਆ, ਲੋਕਾਂ ਦੀਆਂ ਗਵਾਹੀਆਂ ਸੁਣੀਆਂ। ਉਹਨਾਂ ਲੋਕਾਂ ਦੀਆਂ ਗਵਾਹੀਆਂ ਨੂੰ ਜਦੋਂ ਮੈਂ ਸੁਣਦਾ ਸੀਗਾ ਤੇ ਮੈਨੂੰ ਅੱਛਾ ਲੱਗਦਾ ਸੀਗਾ ਸੁਣ ਕੇ, ਔਰ ਵਚਨ ਵੀ ਜਦੋਂ ਸੁਣਦਾ ਸੀਗਾ, ਵਚਨ ਸੁਣ ਕੇ ਵੀ ਰਿਲੀਫ ਮਿਲਦਾ ਸੀ ਔਰ ਮੈਂ ਰੈਗੂਲਰ ਆਉਣਾ ਫਿਰ ਸ਼ੁਰੂ ਕਰ ਦਿੱਤਾ। ਜਦੋਂ ਮੈਂ ਚਰਚ ਦੇ ਵਿੱਚ ਸੀ ਉਸ ਟਾਈਮ ਪਰਮੇਸ਼ਰ ਦੇ ਦਾਸ ਨਸ਼ੇ ਵਾਲੇ ਰੋਗੀਆਂ ਦੇ ਲਈ ਪ੍ਰਾਰਥਨਾ ਕਰ ਰਹੇ ਸੀ, ਨਸ਼ੇ ਵਾਲਿਆਂ ਦੇ ਲਈ ਪ੍ਰਾਰਥਨਾ ਕਰ ਰਹੇ ਸੀ। बोल ऐ शत्रु, ऐ शैतान, ऐ गंदी आत्मा, डर की, जादू की, टोने की, बीमारी की, कमजोरी की, नशे की, निकल आ यीशु के नाम। ओ मारो हुक्म यीशु के नाम में, आउट आउट। और जब मैं प्रार्थना ਨੂੰ ਰਿਸੀਵ ਕੀਤਾ ਤਾਂ ਮੈਨੂੰ ਬਹੁਤ ਜ਼ਿਆਦਾ ਹਲਕਾ ਮਹਿਸੂਸ ਹੋਇਆ। ਉਸ ਦਿਨ ਤੋਂ ਬਾਅਦ ਹੁਣ ਮੈਂ ਬਿਲਕੁਲ ਆਜ਼ਾਦ ਹਾਂ ਹਰ ਇੱਕ ਤਰ੍ਹਾਂ ਦੇ ਨਸ਼ੇ ਤੋਂ, ਹਰ ਇੱਕ ਤਰ੍ਹਾਂ ਦੀ ਬਿਮਾਰੀ ਤੋਂ, ਡਿਪਰੈਸ਼ਨ ਤੋਂ, ਐਂਜ਼ਾਈਟੀ ਤੋਂ ਮੈਂ ਬਿਲਕੁਲ ਆਜ਼ਾਦ ਹਾਂ ਔਰ ਮੇਰੀ ਫੈਮਿਲੀ ਬਹੁਤ ਹੁਣ ਖੁਸ਼ ਹੈ ਔਰ ਮੈਂ ਵੀ ਬਹੁਤ ਖੁਸ਼ ਹਾਂ ਆਪਣੀ ਲਾਈਫ ਦੇ ਵਿੱਚ। ਮੈਂ ਜੌਬ ਵੀ ਕਰ ਰਿਹਾ ਹਾਂ ਔਰ ਇੱਕਦਮ ਬਹੁਤ ਪੋਜ਼ਿਟਿਵ ਹੁਣ ਮੈਂ ਰਹਿਣਾ ਹੈ ਆਪਣੀ ਲਾਈਫ ਦੇ ਵਿੱਚ। ਔਰ ਮੇਰੇ ਜੋ ਘਰ ਮੇਰੀ ਫੈਮਿਲੀ ਹੈ, ਮੇਰੇ ਰਿਲੇਟਿਵਸ ਹੈ ਜੋ, ਉਹ ਵੀ ਬਹੁਤ ਖੁਸ਼ ਹੈ ਕਿ ਉਹ ਦੇਖ ਕੇ ਹੈਰਾਨ ਹੁੰਦੇ ਕਿ ਇਹਨੇ ਨਸ਼ੇ ਛੱਡ ਦਿੱਤੇ ਆ ਔਰ ਇਹ ਇੰਨਾ ਜ਼ਿਆਦਾ ਗਰੋਥ ਕਰ ਰਿਹਾ ਹੁਣ, ਔਰ ਬਹੁਤ ਜ਼ਿਆਦਾ ਹੈਪੀ ਆ, ਬਹੁਤ ਜ਼ਿਆਦਾ ਖੁਸ਼ ਆ। ਜੋ ਲੋਕ ਅੱਜ ਵੀ ਨਸ਼ਾ ਕਰ ਰਹੇ ਆ ਉਹਨਾਂ ਨੂੰ ਮੇਰਾ ਮੈਸੇਜ ਇਹ ਹੈ ਕਿ ਉਹ ਪਰਮੇਸ਼ਵਰ ਦੇ ਘਰ ਦੇ ਵਿੱਚ ਆਉਣ, ਪਰਮੇਸ਼ਵਰ ਦੇ ਵਚਨਾਂ ਨੂੰ ਸੁਣਨ ਔਰ ਜਿਸ ਤਰੀਕੇ ਨਾਲ ਪਰਮੇਸ਼ਵਰ ਦੇ ਦਾਸ ਆਪਣੀ ਲਾਈਫ ਨੂੰ ਚੱਲਣ ਦੇ ਲਈ ਸਾਨੂੰ ਦੱਸਦੇ ਆ ਕਿ ਤੁਸੀਂ ਆਪਣੀ ਲਾਈਫ ਨੂੰ ਇਸ ਤਰੀਕੇ ਨਾਲ ਚਲਾਓ ਔਰ ਉਸ ਚੀਜ਼ ਨੂੰ ਫੋਲੋ ਕਰਨ, ਪਰਮੇਸ਼ਵਰ ਦੇ ਵਚਨਾਂ ਨੂੰ ਫੋਲੋ ਕਰਨ, ਤੇ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਵੀ ਆਜ਼ਾਦ ਕਰੇਗਾ। ਜਿਸ ਤਰ੍ਹਾਂ ਉਹਨੇ ਮੈਨੂੰ ਆਜ਼ਾਦ ਕੀਤਾ ਉਹ ਤੁਹਾਨੂੰ ਵੀ ਆਜ਼ਾਦ ਕਰਨਗੇ। ਇਸ ਵੱਡੇ ਛੁਟਕਾਰੇ ਦੇ ਲਈ ਮੈਂ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਪਰਮੇਸ਼ਵਰ ਦੇ ਦਾਸ ਔਰ ਦਾਸੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ। ਸਾਰਿਆਂ ਨੂੰ ਜੈ ਮਸੀਹ ਦੀ। जब इनकी मैरिज हुई तब ये बहुत आनंदित थे, पर एक ऐसी खुशी जो ये चाहते थे इनके पास नहीं थी, जिसकी वजह से इनकी लाइफ में रोने के अलावा और कुछ भी रह नहीं गया था और बहुत ज्यादा परेशानियों का इनको सामना करना पड़ा। पर एक टाइम आया जब परमेश्वर ने इनकी जिंदगी में काम किया और इनकी लाइफ में से हर तरह के रोने को, उदासी को, निराशा को खत्म करके एक ऐसा आनंद भरा कि उसके बाद ये कभी भी रोए नहीं और परमेश्वर में ये आनंदित है। तो आइए इनकी इस अद्भुत गवाही को हम देखते हैं। हालेलुया हालेलुया ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਥੋਮਸ ਹੈ, ਇਹ ਮੇਰੇ ਨਾਲ ਮੇਰੀ ਵਾਈਫ ਹੈ, ਇਹਨਾਂ ਦਾ ਨਾਮ ਸੁਮਨ ਹੈ। ਅਸੀਂ ਦੋਨੋਂ ਜੰਮੂ ਸ਼ਹਿਰ ਦੇ ਰਹਿਣ ਵਾਲੇ ਹਾਂ। ਅੱਜ ਅਸੀਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੇ ਹਾਂ ਕਿ ਪ੍ਰਭੂ ਨੇ ਕਿੱਡਾ ਵੱਡਾ ਕੰਮ ਸਾਡੇ ਜੀਵਨ ਦੇ ਵਿੱਚ ਕੀਤਾ ਹੈ। ਅਗਸਤ 2020 ਚ ਸਾਡੀ ਮੈਰਿਜ ਹੋਈ। ਮੈਰਿਜ ਹੋਣ ਤੋਂ ਬਾਅਦ ਅਸੀਂ ਪਰਿਵਾਰ ਸਮੇਤ ਬਹੁਤ ਖੁਸ਼ ਸੀ, ਪਰ ਮੈਰਿਜ ਦੇ ਕੁਝ ਦੇਰ ਬਾਅਦ ਜਿਸ ਅਸੀਂ ਬੇਬੀ ਪਲੈਨਿੰਗ ਕੀਤੀ ਤੇ ਬੇਬੀ ਜੋ ਸੀ ਮੇਰੀ ਵਾਈਫ ਨੂੰ ਕਨਸੀਵ ਨਹੀਂ ਸੀ ਹੋ ਰਿਹਾ। ਜਦੋਂ ਮੇਰੀ ਵਾਈਫ ਨੂੰ ਬੇਬੀ ਕਨਸੀਵ ਨਹੀਂ ਹੋਇਆ ਤਾਂ ਅਸੀਂ ਆਪਸ 'ਚ ਸਲਾਹ ਕੀਤੀ ਕਿ ਡਾਕਟਰੀ ਸਹਾਇਤਾ, ਡਾਕਟਰੀ ਸਲਾਹ ਲਈ ਜਾਵੇ।
ਉਸ ਤੋਂ ਬਾਅਦ ਅਸੀਂ ਡਾਕਟਰਾਂ ਦੀ ਜੋ ਹੈ ਸਲਾਹ ਲੈਣੀ ਸ਼ੁਰੂ ਕਰ ਦਿੱਤੀ। ਫਿਰ ਮੈਂ ਆਪਣੀ ਵਾਈਫ ਨੂੰ ਲੈ ਕੇ ਜੰਮੂ ਦੇ ਸਰਕਾਰੀ ਹਸਪੀਟਲ ਤੇ ਗਿਆ, ਜਿੱਥੇ ਅਸੀਂ ਲੇਡੀਜ਼ ਡਾਕਟਰ ਨੂੰ, ਗੈਨੋਲੋਜਿਸਟ ਨੂੰ ਮਿਲੇ। ਜਦੋਂ ਅਸੀਂ ਡਾਕਟਰ ਨੂੰ ਮਿਲੇ ਤੇ ਡਾਕਟਰ ਨੇ ਸਾਨੂੰ ਟੈਸਟ ਕਰਵਾਉਣ ਦੀ ਸਲਾਹ ਦਿੱਤੀ। ਜਿਸ ਵਕਤ ਅਸੀਂ ਆਪਣੇ ਦੋਨਾਂ ਨੇ ਟੈਸਟ ਕਰਵਾਏ ਤੇ ਮੇਰੀ ਵਾਈਫ ਦੇ ਟੈਸਟ ਤੇ ਬਿਲਕੁਲ ਨਾਰਮਲ ਸੀ, ਪਰ ਮੇਰੇ ਟੈਸਟ ਦੇ ਵਿੱਚ ਜੋ ਹੈ ਉਹ ਸਪਰਮ ਕਾਊਂਟ ਘੱਟ ਪਾਏ ਗਏ, ਟੋਟਲ 20% ਸੀ। ਉਸ ਤੋਂ ਬਾਅਦ ਅਸੀਂ ਉਸ ਰਿਪੋਰਟ ਦੇਖ ਕੇ ਬਹੁਤ ਪਰੇਸ਼ਾਨ ਹੋਏ ਤੇ ਡਾਕਟਰ ਨੇ ਮੈਨੂੰ ਮੈਡੀਸਨ ਖਾਣ ਦੀ ਸਲਾਹ ਦਿੱਤੀ ਅਤੇ ਉਹਨਾਂ ਨੇ ਦੱਸਿਆ ਕਿ ਕੁਛ ਦੇਰ ਮੈਡੀਸਨ ਖਾਣ ਤੋਂ ਬਾਅਦ ਇਹ ਨਾਰਮਲ ਹੋ ਜਾਣਗੇ। ਪਰ ਉਸ ਤੋਂ ਬਾਅਦ ਜਿਸ ਵਕਤ ਮੈਂ ਮੈਡੀਸਨ ਲਗਾਤਾਰ ਖਾਧੀ, ਪਰ ਉਸ ਤੋਂ ਬਾਅਦ ਵੀ ਜੋ ਹੈ ਕਨਸੀਵ ਕਿਸੇ ਵੀ ਤਰ੍ਹਾਂ ਦੀ ਟ੍ਰੀਟਮੈਂਟ ਲੈਣ ਤੋਂ ਬਾਅਦ ਵੀ ਜੋ ਹੈ ਉਹ ਬੇਬੀ ਕਨਸੀਵ ਨਹੀਂ ਸੀ ਹੋ ਰਿਹਾ। ਫਿਰ ਜਦੋਂ ਦੂਸਰੇ ਸਰਕਾਰੀ ਹਸਪੀਟਲ ਦੇ ਵਿੱਚ ਗਏ ਤੇ ਉਹਨਾਂ ਨੇ ਮੈਨੂੰ ਫਿਰ ਦਵਾਈ ਖਾਣ ਲਈ ਦਿੱਤੀ। 6 ਮਹੀਨੇ ਲਗਾਤਾਰ ਦਵਾਈ ਖਾਣ ਤੋਂ ਬਾਅਦ ਜਿਹੜੇ ਮੇਰੇ ਸਪਰਮ ਤੇ ਠੀਕ ਹੋ ਗਏ, ਕਾਊਂਟ ਠੀਕ ਹੋ ਗਿਆ, ਪਰ ਜਿਹੜੀ ਸਾਡੀ ਦੋਨਾਂ ਦੀ ਪ੍ਰੋਬਲਮ ਸੀ ਕਿ ਬੇਬੀ ਕਨਸੀਵ ਨਹੀਂ ਸੀ ਹੋ ਰਿਹਾ, ਉਹ ਐਸੀ ਦੀ ਐਸੀ ਰਹੀ, ਜਿਹਨੂੰ ਲੈ ਕੇ ਅਸੀਂ ਪਰੇਸ਼ਾਨੀ ਜਿਹੜੀ ਸੀ ਸਾਡੀ ਖਤਮ ਨਹੀਂ ਹੋਈ, ਉਹ ਲਗਾਤਾਰ ਵੱਧਦੀ ਜਾ ਰਹੀ ਸੀ। ਜਦੋਂ ਅਸੀਂ ਪ੍ਰਾਈਵੇਟ ਡਾਕਟਰ ਦੇ ਕੋਲ ਗਏ ਤੇ ਉਹਨਾਂ ਨੇ ਮੇਰੀ ਵਾਈਫ ਨੂੰ ਜੋ ਹੈ ਉਹ ਮੈਡੀਸਨ ਖਾਣ ਲਈ ਦਿੱਤੀ, ਪਰ ਫਿਰ ਵੀ ਉਹਨਾਂ ਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਤੇ ਬੇਬੀ ਕਨਸੀਵ ਨਹੀਂ ਹੋਇਆ। ਉਸ ਤੋਂ ਬਾਅਦ ਜਦੋਂ ਸਾਨੂੰ ਤੀਸਰੇ ਡਾਕਟਰ ਕੋਲ ਵੀ ਕੋਈ ਫਰਕ ਨਹੀਂ ਸੀ ਪਿਆ ਤੇ ਫਿਰ ਅਸੀਂ ਕਿਸੇ ਨੇ ਦੱਸ ਪਾਈ ਕਿ ਇੱਕ ਅੱਛਾ ਡਾਕਟਰ ਹੋਰ ਹੈ ਗੈਨੋਲੋਜਿਸਟ, ਉਹਦੇ ਕੋਲ ਜਾਓ। ਜਦੋਂ ਅਸੀਂ ਚੌਥੇ ਗੈਨੋਲੋਜਿਸਟ ਡਾਕਟਰ ਕੋਲ ਗਏ, ਉਹਨਾਂ ਨੇ ਸਾਡੇ ਟੈਸਟ ਦੁਬਾਰਾ ਤੋਂ ਸਾਰੇ ਕੀਤੇ ਤੇ ਜਦੋਂ ਉਹਨਾਂ ਨੂੰ ਟੈਸਟ ਵਿੱਚ ਸਭ ਕੁਝ ਨਾਰਮਲ ਨਜ਼ਰ ਆਇਆ ਤਾਂ ਉਹਨਾਂ ਨੇ ਫਿਰ ਵੀ ਜੋ ਹੈ ਮੇਰੀ ਵਾਈਫ ਨੂੰ ਜੋ ਦਵਾਈ ਖਾਣ ਲਈ ਦਿੱਤੀ ਤੇ ਦਵਾਈ ਖਾਣ ਤੋਂ ਬਾਵਜੂਦ ਵੀ ਕੋਈ ਰਿਜ਼ਲਟ ਨਹੀਂ ਆਇਆ। ਫਿਰ ਡਾਕਟਰ ਨੇ ਮੇਰੀ ਵਾਈਫ ਨੂੰ IUI ਕਰਵਾਉਣ ਦੀ ਸਲਾਹ ਦਿੱਤੀ। ਜਿਸ ਵਕਤ IUI ਫਸਟ ਵਾਰ ਕੀਤਾ ਗਿਆ ਤਾਂ ਉਸ ਦਾ ਕੋਈ ਰਿਜ਼ਲਟ ਨਹੀਂ ਆਇਆ। ਉਸ ਦੇ 1 ਮਹੀਨੇ ਗੈਪ ਪਾ ਕੇ ਫਿਰ ਦੂਸਰੀ ਵਾਰ ਜਦੋਂ IUI ਕੀਤਾ ਗਿਆ, ਉਹਦਾ ਵੀ ਕੋਈ ਰਿਜ਼ਲਟ ਨਹੀਂ ਆਇਆ। ਜਦੋਂ ਮੇਰੀ ਵਾਈਫ ਤੇ 2 IUI ਫੇਲ ਹੋ ਗਏ ਤੇ ਉਸ ਤੋਂ ਬਾਅਦ ਅਸੀਂ ਡਾਕਟਰ ਨੂੰ ਪੁੱਛਿਆ ਕਿ ਹੁਣ ਡਾਕਟਰ ਸਾਹਿਬ ਕੀ ਕੀਤਾ ਜਾਏ, ਤੇ ਉਹਨਾਂ ਨੇ ਸਾਨੂੰ IVF ਕਰਵਾਉਣ ਦੀ ਸਲਾਹ ਦਿੱਤੀ। ਅਤੇ ਜਦੋਂ ਅਸੀਂ IVF ਦਾ ਖਰਚਾ ਪੁੱਛਿਆ ਤੇ ਉਹ 1.5 ਤੋਂ 2 ਲੱਖ ਦਾ ਖਰਚਾ ਦੱਸਿਆ। ਉਸ ਤੋਂ ਬਾਅਦ ਅਸੀਂ ਜੋ ਹੈ ਡਾਕਟਰ ਨੂੰ ਕਿਹਾ ਕਿ ਇਹਦੀ ਕੀ ਗਰੰਟੀ ਹੈ ਕਿ IVF ਜੋ ਹੈ ਪਾਸ ਹੋ ਜਾਏ। ਉਹਨਾਂ ਨੇ ਕਿਹਾ ਇਸ ਦੀ ਕੋਈ ਗਰੰਟੀ ਨਹੀਂ। ਉਸ ਤੋਂ ਬਾਅਦ ਅਸੀਂ IVF ਕਰਵਾਉਣ ਤੋਂ ਮਨਾ ਕਰ ਦਿੱਤਾ, ਕਿਉਂਕਿ ਅਸੀਂ IUI ਦੇ ਜੋ ਰਿਜ਼ਲਟ ਤੋਂ ਦੇਖ ਚੁੱਕੇ ਸੀ ਕਿ ਇਹਦਾ ਕੋਈ ਫਾਇਦਾ ਨਹੀਂ ਹੋ ਰਿਹਾ ਤੇ ਜਿਸ ਵਕਤ ਉਸ ਟ੍ਰੀਟਮੈਂਟ ਦਾ ਫਾਇਦਾ ਨਹੀਂ ਹੋਇਆ ਤੇ IVF ਦਾ ਵੀ ਟ੍ਰੀਟਮੈਂਟ ਦਾ ਕੋਈ ਗਰੰਟੀ ਨਹੀਂ ਹੈ ਤੇ ਪੈਸੇ ਦਾ ਵੀ ਨੁਕਸਾਨ ਹੈ। ਆਲਰੇਡੀ ਅਸੀਂ 3-4 ਸਾਲ ਤੋਂ ਆਪਣਾ ਪੈਸਾ ਖਰਚ ਕਰ ਚੁੱਕੇ ਹਾਂ, ਪਰ ਸਾਨੂੰ ਕੋਈ ਵੀ ਰਿਜ਼ਲਟ ਜੋ ਹੈ ਨਹੀਂ ਮਿਲ ਰਿਹਾ। ਜਦੋਂ ਮੈਨੂੰ ਬੇਬੀ ਕਨਸੀਵ ਨਹੀਂ ਸੀ ਹੁੰਦਾ, ਮੈਂ ਬੜਾ ਪਰੇਸ਼ਾਨ ਹੁੰਨੀ ਹਾਂ, ਰੋਨੀ ਹਾਂ, ਇਹਨਾਂ ਨਾਲ ਲੜਦੀ ਵੀ ਹੁੰਨੀ ਹਾਂ ਵੀ ਇਸ ਤਰ੍ਹਾਂ ਕਿਉਂ ਹੁੰਦਾ ਸਾਡੇ ਨਾਲ। ਲੋਕੀ ਜਦੋਂ ਬਾਹਰ ਅੰਦਰ ਜਾਂਦੇ ਹਾਂ, ਲੋਕੀ ਸਾਨੂੰ ਪੁੱਛਦੇ ਹੀ ਤੁਸੀਂ ਕਿਸ ਤਰ੍ਹਾਂ, ਮਤਲਬ ਇੰਨੀ ਦੇਰ ਹੋ ਗਈ ਤੁਹਾਡੀ ਮੈਰਿਜ ਨੂੰ, ਤੁਹਾਡੇ ਬੇਬੀ ਕਨਸੀਵ ਕਿਉਂ ਨਹੀਂ ਹੋਣ ਡਿਆ। ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਅਸੀਂ ਡਾਕਟਰ ਨੂੰ ਚੈੱਕ ਕਰਾਉਂਦੇ ਹਾਂ, ਡਾਕਟਰ ਜਿਸ ਤਰ੍ਹਾਂ ਦੱਸਦੇ ਅਸੀਂ ਉਸ ਤਰ੍ਹਾਂ ਕਰਦੇ ਪਏ ਹਾਂ। ਫਿਰ ਉਸ ਤੋਂ ਬਾਅਦ ਵੀ ਕੋਈ ਰਿਜ਼ਲਟ ਨਹੀਂ ਆਂਦਾ ਹੀ ਤੇ ਅਸੀਂ ਘਰ ਆ ਕੇ ਦੋਨੋਂ ਜਾਣੇ ਸੈਡ ਹੁੰਨੇ ਹਾਂ, ਰੋਨੇ ਹਾਂ, ਆਪਸ ਦੇ ਵਿੱਚ ਲੜਾਈ ਹੋ ਜਾਂਦੀ ਹੀ, ਝਗੜਦੇ ਹਾਂ ਵੀ ਇਸ ਤਰ੍ਹਾਂ ਕਿਉਂ ਸਾਡੇ ਨਾਲ ਹੁੰਦਾ ਆ। ਮੈਨੂੰ ਜਦੋਂ ਬੱਚਾ ਨਹੀਂ ਸੀ ਹੁੰਦਾ, ਮੇਰਾ ਮਨ ਬੜਾ ਦੁਖੀ ਹੁੰਦਾ ਸੀ। ਮੇਰਾ ਮਨ ਕਰਦਾ ਸੀ ਇਸ ਲਾਈਫ ਨੂੰ ਜੀਣ ਦਾ ਕੋਈ ਫਾਇਦਾ ਹੀ ਨਹੀਂ ਹੈ ਤੇ ਮਨ ਕਰਦਾ ਹੀ ਆਪਣੇ ਆਪ ਨੂੰ ਖਤਮ ਕਰ ਦਾਂ, ਅੰਦਰ ਆਪਣੇ ਆਪ ਨੂੰ ਬੰਦ ਕਰ ਲਾਂ, ਬਾਹਰ ਜਾਵਾਂ ਹੀ ਨਾ। ਜਦੋਂ ਕਿਸੇ ਦਾ ਬੱਚਾ ਦੇਖੀਦਾ ਹੀ ਤੇ ਮਨ ਕਰਦਾ ਹੀ ਸਾਡੇ ਕੋਲ ਵੀ ਬੱਚਾ ਹੋਵੇ ਤੇ ਜਦੋਂ ਬੱਚਾ ਮਤਲਬ ਦਿਲ ਕਰਨਾ ਚੁੱਕਣ ਨੂੰ ਲੋਕਾਂ ਨੇ ਲਾਗੋਂ ਚੁੱਕ ਕੇ ਲੈ ਜਾਣਾ ਤੇ ਮਨ ਬੜਾ ਦੁਖਦਾ ਹੀ। ਜਦੋਂ ਅਸੀਂ ਬਾਜ਼ਾਰ ਜਾਂਦੇ ਹਾਂ ਤੇ ਮੇਰਾ ਵੀ ਮਨ ਕਰਦਾ ਹੀ ਜਿਸ ਤਰ੍ਹਾਂ ਬੱਚਿਆਂ ਦੇ ਕੱਪੜੇ ਦੇਖਣੇ, ਖਿਡੌਣੇ ਦੇਖਣੇ, ਮਨ ਕਰਦਾ ਹੀ ਵੀ ਘਰ ਲੈ ਕੇ ਜਾਈਏ, ਕੋਈ ਸਾਡੇ ਵੀ ਬੱਚਾ ਹੋਵੇ ਤੇ ਅਸੀਂ ਲੈ ਕੇ ਜਾਈਏ ਬੱਚੇ ਵਾਸਤੇ। ਜਦੋਂ ਸਾਡੇ ਬੇਬੀ ਨਹੀਂ ਸੀ ਤੇ ਅਸੀਂ ਬਹੁਤ ਪਰੇਸ਼ਾਨ ਰਹਿਣ ਲੱਗ ਪਏ। ਸਾਨੂੰ ਬਹੁਤ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਬਾਜ਼ਾਰ ਦੇ ਵਿੱਚ, ਸਮਾਜ ਦੇ ਵਿੱਚ, ਕੰਮ ਦੇ ਵਿੱਚ, ਹਰ ਇੱਕ ਜਗ੍ਹਾ ਸਾਨੂੰ ਜੋ ਹੀ ਉਹ ਸਵਾਲ ਪੁੱਛੇ ਜਾਂਦੇ ਸੀ ਕਿ ਤੁਹਾਡੇ ਬੇਬੀ ਕਿਉਂ ਨਹੀਂ ਹੈ, ਜਿਸ ਕਾਰਨ ਅਸੀਂ ਬਹੁਤ ਨਿਰਾਸ਼ ਹੁੰਦੇ ਸੀ। ਜਿਸ ਵਕਤ ਸਾਰੇ ਬੰਨੋਂ ਸਾਨੂੰ ਉਮੀਦ ਖਤਮ ਹੋ ਚੁੱਕੀ ਸੀ, ਫਿਰ ਉਸ ਵਕਤ ਮੇਰੀ ਸਿਸਟਰ ਇਨ ਲਾਅ ਨੇ ਜੋ ਹੈ ਸਾਨੂੰ ਖਾਮੜਾ ਚਰਚ ਬਾਰੇ ਦੱਸਿਆ। ਉਹਨਾਂ ਨੇ ਆਪਣੀ ਗਵਾਹੀ ਸਾਡੇ ਨਾਲ ਸ਼ੇਅਰ ਕੀਤੀ ਸੀ, ਕਿਉਂਕਿ ਉਹਨਾਂ ਨੂੰ ਵੀ ਪ੍ਰਭੂ ਨੇ 8 ਸਾਲ ਦੇ ਬਾਅਦ ਜੋ ਹੈ ਬੇਬੀ ਦੇ ਨਾਲ ਬਲੈਸ ਕੀਤਾ ਸੀ। ਇਸ ਕਰਕੇ ਉਹਨਾਂ ਨੇ ਆਪਣੀ ਗਵਾਹੀ ਸਾਨੂੰ ਸ਼ੇਅਰ ਕੀਤੀ ਤੇ ਸਾਨੂੰ ਕਿਹਾ ਕਿ ਤੁਸੀਂ ਵੀ ਚਰਚ ਆਇਆ ਕਰੋ ਤੇ ਪ੍ਰਭੂ ਤੁਹਾਨੂੰ ਜੋ ਹੈ ਬੱਚੇ ਦੇ ਨਾਲ ਬਲੈਸ ਕਰੇਗਾ। ਜਦੋਂ ਅਸੀਂ ਪਹਿਲੀ ਵਾਰੀ ਖਾਮੜਾ ਚਰਚ ਆਏ ਤੇ ਜਦੋਂ ਅਸੀਂ ਗਵਾਹੀਆਂ ਸੁਣੀਆਂ ਕਿ ਪ੍ਰਭੂ ਲੋਕਾਂ ਨੂੰ 20-20 ਸਾਲ 10-10 ਸਾਲ ਬਾਅਦ ਬੇਬੀ ਦੇ ਨਾਲ ਬਲੈਸ ਕਰ ਰਿਹਾ, ਤੇ ਸਾਡਾ ਵਿਸ਼ਵਾਸ ਵਧਿਆ ਕਿ ਜੇ ਪ੍ਰਭੂ ਇਹਨਾਂ ਨੂੰ ਬਲੈਸ ਕਰ ਸਕਦਾ ਹੈ ਤੇ ਪ੍ਰਭੂ ਸਾਨੂੰ ਵੀ ਜ਼ਰੂਰ ਬਲੈਸ ਕਰੇਗਾ। ਫਿਰ ਅਸੀਂ ਲਗਾਤਾਰ ਖਾਮੜਾ ਚਰਚ ਆਉਂਦੇ ਰਹੇ
ਅਤੇ ਪ੍ਰਭੂ ਦੇ ਵਚਨਾਂ ਨੂੰ ਸੁਣਦੇ ਰਹੇ, ਲਗਾਤਾਰ ਚਰਚ ਨਾਲ ਜੁੜੇ ਰਹੇ। ਫਿਰ 31 ਦਸੰਬਰ 2023 ਨੂੰ ਆਪਾਂ ਖਾਂਬੜਾ ਚਰਚ ਆਏ। प्रभु दे दास ने प्रार्थना की थी। अगर आपने ये वचन को सुना और फॉलो किया, मैं यीशु मसीह के नाम में कहता हूं आप यहां खड़े होंगे गवाही के साथ अगले साल। और परमेश्वर ने कहा अगले 6 मंथ में, जनवरी से लेके आप लगा लो मई जून के पास ही, जितनी बहनें प्रेग्नेंट नहीं हैं चर्च में, मैं आपको बता रहा हूं ऑलमोस्ट 100% तक आप प्रेग्नेंट हो गए सभी। मैं आपको सच कह रहा हूं, अगर आपने ये वर्ड को फॉलो किया। ਜਦੋਂ ਮੈਂ ਉਸ ਪ੍ਰੇਅਰ ਨੂੰ ਰਿਸੀਵ ਕੀਤਾ, ਮੇਰੇ ਸਰੀਰ ਨੂੰ ਬੜਾ ਹਲਕਾਪਨ ਮਹਿਸੂਸ ਹੋਇਆ। ਉਸ ਪ੍ਰੇਅਰ ਤੋਂ ਹਫ਼ਤੇ ਬਾਅਦ ਮੈਂ ਟੈਸਟ ਕੀਤਾ ਤੇ ਪੋਜ਼ਿਟਿਵ ਆਇਆ। ਮੈਂ ਆਪਣੇ ਹਸਬੰਡ ਨੂੰ ਜਾ ਕੇ ਦਿਖਾਇਆ, ਇਹਨਾਂ ਦੀ ਅੱਖਾਂ 'ਚ ਪਾਣੀ ਆ ਗਿਆ। ਉਸ ਤੋਂ ਬਾਅਦ ਮੈਂ ਜਦੋਂ ਆਪਣੀ ਫੈਮਿਲੀ ਨੂੰ ਦੱਸਿਆ, ਮੇਰੀ ਫੈਮਿਲੀ ਬੜੀ ਜ਼ਿਆਦਾ ਖੁਸ਼ ਹੋਈ। ਫਿਰ 9 ਮਹੀਨੇ ਪਰਮੇਸ਼ਰ ਨੇ ਮੈਨੂੰ ਔਰ ਮੇਰੇ ਬੱਚੇ ਨੂੰ ਸੰਭਾਲ ਕੇ ਰੱਖਿਆ। ਫਿਰ 14 ਅਗਸਤ 2024 'ਚ ਮੈਨੂੰ ਪਰਮੇਸ਼ਰ ਨੇ ਇੱਕ ਬੇਬੀ ਗਰਲ ਦੇ ਨਾਲ ਬਲੈਸ ਕੀਤਾ। ਜਦੋਂ ਮੈਂ ਆਪਣੀ ਬੇਟੀ ਨੂੰ ਹੱਥ 'ਚ ਚੁੱਕਿਆ ਤੇ ਪਰਮੇਸ਼ਰ ਦਾ ਧੰਨਵਾਦ ਕੀਤਾ। ਅਸੀਂ ਦੋਨੋਂ ਜਾਣੇ ਬੜਾ ਖੁਸ਼ ਸੀ ਵੀ ਪਰਮੇਸ਼ਰ ਨੇ ਸਾਨੂੰ ਇੱਕ ਬੇਟੀ ਦੇ ਨਾਲ ਬਲੈਸ ਕੀਤਾ। ਹੁਣ ਅਸੀਂ ਪੂਰੇ ਚਾਅ ਆਪਣੀ ਬੇਟੀ ਦੇ ਕਰਦੇ ਹਾਂ, ਉਹਦੇ ਲਈ ਹਰ ਇੱਕ ਚੀਜ਼ ਲਿਆਉਂਦੇ ਹਾਂ, ਹਰ ਇੱਕ ਚੀਜ਼, ਕੱਪੜੇ ਨਾਲ ਕੱਪੜਾ, ਗਿਫਟ ਨਾਲ ਗਿਫਟ ਲਿਆ ਕੇ ਦਿੰਦੇ ਹਾਂ। ਬੇਟੀ ਸਾਡੇ ਨਾਲ ਖੁਸ਼ ਆ, ਅਸੀਂ ਬੇਟੀ ਦੇ ਨਾਲ ਖੁਸ਼ ਆ। ਉਹ ਆਂਢ ਗੁਆਂਢ ਦੇਖਦਾ ਹੈ ਵੀ ਇਹ ਕਿਸ ਤਰ੍ਹਾਂ ਹੋ ਗਿਆ ਇਹਨਾਂ ਦੇ ਨਾਲ, ਇੰਨੀ ਦੇਰ ਦਾ ਨਹੀਂ ਹੋਇਆ, ਇੱਕਦਮ ਇਹ ਸਾਲ ਦੇ ਵਿੱਚ ਬੇਬੀ ਕਨਸੀਵ ਇਹਨਾਂ ਨੂੰ ਕਿਸ ਤਰ੍ਹਾਂ ਹੋ ਗਿਆ। ਜਦੋਂ ਮੈਂ ਫਸਟ ਵਾਰ ਆਪਣੀ ਬੇਟੀ ਨੂੰ ਆਪਣੇ ਹੱਥਾਂ ਦੇ ਵਿੱਚ ਚੁੱਕਿਆ ਤੇ ਮੈਂ ਬਹੁਤ ਖੁਸ਼ ਹੋਇਆ ਤੇ ਅਸੀਂ ਪਰਮੇਸ਼ਵਰ ਦਾ ਧੰਨਵਾਦ ਕੀਤਾ ਦੋਨਾਂ ਜਾਣਿਆਂ ਨੇ ਕਿ ਪਰਮੇਸ਼ਵਰ ਨੇ ਸਾਡੀ ਦੁਆ ਨੂੰ ਸੁਣਿਆ ਤੇ ਸਾਨੂੰ ਬੇਬੀ ਗਰਲ ਦੇ ਨਾਲ ਬਲੈਸ ਕੀਤਾ। ਜਿਨ੍ਹਾਂ ਦੇ ਅੱਜ ਵੀ ਬੇਬੀ ਨਹੀਂ ਹੈ, ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਪਰਮੇਸ਼ਵਰ ਦੇ ਨਾਲ ਜੁੜੋ, ਆਪਣਾ ਵਿਸ਼ਵਾਸ ਪਰਮੇਸ਼ਰ ਦੇ ਉੱਤੇ ਰੱਖੋ, ਕਿਉਂਕਿ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ। ਜਿਸ ਤਰ੍ਹਾਂ ਪਰਮੇਸ਼ਰ ਨੇ ਸਾਨੂੰ ਬੇਬੀ ਦੇ ਨਾਲ ਬਲੈਸ ਕੀਤਾ, ਉਹ ਤੁਹਾਨੂੰ ਵੀ ਬਲੈਸ ਕਰੇਗਾ। ਇਸ ਵੱਡੀ ਆਸ਼ੀਸ਼ ਦੇ ਲਈ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ, ਪਰਮੇਸ਼ਵਰ ਦੇ ਦਾਸ ਦਾ ਧੰਨਵਾਦ ਕਰਦੇ ਹਾਂ। ਸਾਰਿਆਂ ਨੂੰ ਜੈ ਮਸੀਹ ਦੀ। इस बहन की जिंदगी में परमेश्वर ने बहुत ही बड़ा और अद्भुत काम किया, क्योंकि एक समय ऐसा था जब ये पूरी रीति के साथ बेड के ऊपर थे। वो समय इनकी जिंदगी में बहुत ही खराब था और ये हर वक्त रोते रहते थे। डॉक्टर्स ने भी जवाब दे दिया था, पर आप जानते हैं कि प्रभु यीशु मसीह जो हमारा उद्धार करता, हमारा चंगा करने वाला परमेश्वर है, उस परमेश्वर ने इस बहन का हाथ पकड़ा और बीमारी से बाहर निकाला और एक नया जीवन दिया जो चंगाई से और आनंद से भरा हुआ था। तो आइए इनके इस मार्वलस टेस्टमनी को हम देखते हैं। जय मसीह की सभी को। मेरा नाम मनीषा साहू है, मैं मुंबई महाराष्ट्र की रहने वाली हूँ। आज मैं अपनी जीवन की सबसे बड़ी गवाही देने जा रही हूँ। मेरी गवाही कुछ इस तरह का है कि 2015 में मैंने एक बेटी को जन्म दिया। उसके कुछ दिनों बाद मेरा पेट फूलना चालू हो गया और धीरे धीरे इतना फूलने लगा तो मैं दवाई खाती थी, जैसे कुछ भी खाना खाती थी तो मुझे डाइजेस्ट नहीं होता था, वॉमिट ही हो जाता था और सिर में पेट में दर्द हमेशा बना हुआ रहता था। तो मैं घर में दवाई लाके खाती रही, फिर डॉक्टर भी कई सारा दिखाए और इसी तरह करते करते मेरे मतलब काफ़ी दिन 2 साल बीत गया। 2 साल के जब बीतने के बाद तो उसके बाद पेट काफ़ी बड़ा फूल गया और जब मुझे लोग देखते थे तो लोग यही सोचते थे कि, और मुझे पूछते थे भी कि तुम प्रेग्नेंट हो क्या। मैं बोली नहीं, मैं प्रेग्नेंट नहीं हूँ, मोटापे के कारण मेरा पेट में सूजन है। मुझे ऐसा लगता था कि मेरी बेटी हुई जो डिलीवरी के बाद ऐसा जो मेरा सूजन हो गया, तो मुझे लगता था शायद डिलीवरी के बाद ऐसा मोटापा आ गया। इसके साथ साथ मेरे शरीर में काफ़ी सारा मैं दिक्कतों का भी सामना कर रही थी, जैसे पेट में दर्द, एसिडिटी,
और वीकनेस, कमजोरी, घर का काम ना करना, मतलब मेरे से होता ही नहीं था। थोड़ा भी कुछ काम करती थी तो थक जाती थी और आंखों में धुंधलापन आ गया था। कई महीना तो मैंने 2-2 महीना लगातार चावल खाना बंद कर दिया, जो मोटापा बढ़ता है वो चीज़ मैंने खाना बंद कर दिया, ऑयल खाना बंद कर दिया, मिठाई खाना बंद कर दिया कि चलो ऐसा करते कि पूरा डाइट फूड लेते हैं और योगा वगैरह करेंगे तो शायद मेरा ठीक हो जाएगा। लेकिन कुछ भी मुझे फर्क नहीं पड़ता था, 1 किलो भी वेट कम नहीं होता था। मेरा अचानक से एक दिन बहुत ज़्यादा पेट दर्द चालू हो गया, पेट में दर्द इतना बढ़ गया। फिर सुबह 10 बजे मेरे हस्बैंड को बोले कि अब मेरे बर्दाश्त से बाहर हो रहा और हमको डॉक्टर के पास लेके चलो। तो फिर हस्बैंड बोले ठीक है चलो चलते हैं। फिर हम गए, जो हमारे पहचान वाले डॉक्टर थे उनके पास गए तो वो 2 बोतल ग्लूकोज चढ़ाए, 2 इंजेक्शन दिए और उन्होंने 4 गोली दिए खाने के लिए। इतना दर्द होता था ना कि मुझे ऐसा लगता था कि मेरा जान निकल रहा है, मतलब बर्दाश्त से बाहर हो रहा था, मतलब असहनीय दर्द होता था। एक बोलते ना औरत को जो डिलीवरी के टाइम जो पीड़ा होती है ना, वो पीड़ा मुझे पता है क्योंकि मैं बेबी जन्म दे चुकी, लेकिन उससे भी कई गुना ज़्यादा दर्द था। अगर एक बेबी को जितना दर्द होता है तो मुझे लग रहा था कि शायद 10 बेबी को जन्म देने में जितना एक बार में दर्द होता है ना, वो 10 दर्द मेरे साथ था। फिर मुझे डॉक्टर ने बोला कि आप सोनोग्राफी करके एकदम अर्जेंट मेरे पास आइए। जब मैं सोनोग्राफी करवा के हॉस्पिटल गई तो डॉक्टर ने देखे तो डॉक्टर बोले इसके अंदर जो पेट में बहुत बड़ा रसोली वो फट चुकी है और उसका जहर इसका पेट में फैल चुका है, तो हमको अर्जेंटली इसका ऑपरेशन करना पड़ेगा और अगर इसको 2 घंटा भी रखे तो शायद ये जीवित नहीं रहेगी। और हमको ऑपरेशन थिएटर में आधे घंटे के ही अंदर लेके गए और बाहर से भी डॉक्टर एकदम जल्दी से बुलाए, वो डॉक्टर भी आए और मेरा ऑपरेशन किया। और ऑपरेशन करने के दौरान ही मतलब मेरा पूरा फुल बॉडी सुन था, लेकिन मेरे कानों से सुनाई दे रहा था। वो लोग बोल रहे थे, मतलब जब मेरे पेट काटे तो वो बोल रहे माय गॉड इतना बड़ा चीज़ ये क्या है। तो एक नर्स को बुलाया गया कि जल्दी से आप वीडियो बनाओ इसका और हम दिखाएंगे कि हम कितना बड़ा काम किए हैं। वो जब डॉक्टरों ने मेरा ऑपरेशन किया तो एकदम हैरान करने वाली बात थी क्योंकि वो बहुत बड़ी सी रसोली थी, उसका करीबन वजन उसका 5 किलो 750 ग्राम का था। वो बाहर निकाले और उसके बाद फिर मुझे ऑपरेशन करके और मेरे स्टेसिस लगा दिए और उसके बाद मुझे कुछ दिनों के बाद मुझे छुट्टी दे दिए। हम घर गए, उसके बाद डॉक्टर हमको बोल के भेजे कि आप एक काम करो, आप 10 दिन में आ जाओ, फिर हम आपका टाका खोल देंगे। तो फिर हम जब 10 दिन के बाद डॉक्टर के पास आए तो टाके के ऊपर जो पट्टी लगाया हुआ था वो पट्टी जब खोला उन्होंने तो मेरा पेट पूरी तरह से ओपन हो गया। और ओपन होने के बाद वो डॉक्टर बोल रहा है कि इसका पूरा टाका फट चुका है, पेट फट चुका है और इसका बचना मतलब मुश्किल है और अभी अर्जेंटली ऑपरेशन करना पड़ेगा फिर से, क्योंकि उसका जहर इसके पेट में फैल के और काफ़ी मतलब गंद पदार्थ इसके पेट से निकल रहे और काफ़ी स्मेल भी आ रहा। और उसके बाद फिर सेकंड ऑपरेशन हुआ मेरा। सेकंड ऑपरेशन के बाद वो जो पेट की चर्बी थी वो पूरी तरह से सड़ चुकी थी, उसको काट के बाहर किया। और फिर सेकंड ऑपरेशन होने के बाद उसमें से ब्लड और पानी आ ही रही थी। जब दूसरे ऑपरेशन हुआ तो उसके बाद 3 दिन के बाद मुझे छुट्टी दी, मैं घर गई तो लेफ्ट साइड का बॉडी मेरा काम करना बंद कर दिया पूरी तरह से। और इतना मतलब कि मेरे लेफ्ट साइड का हाथ बिल्कुल भी नहीं उठ रहा था और पैर में भी मुझे चलने के लिए दिक्कत हो रहा था। फिर मैं बेड पे ही रहती थी तो मुझे वॉशरूम जाने के लिए मतलब दूसरे का सहारा लेना पड़ता था। और अगर मुझे पानी भी लेनी है और डॉक्टर जो दवाई दिए थे वो दवाई भी लेनी है तो मैं वो दवाई भी खोल नहीं पा रही थी कि मैं दवाई खोल के मेरे मुँह में डालूँ। पूरी तरह से जिंदा लाश की तरह हो गई थी एकदम। मैंने देखी एक औरत जात को कमजोरी क्या चीज़ होती है ना अच्छे से पता है, क्योंकि औरत को काफ़ी सारा चीज़ों से सामना करना पड़ता है। लेकिन ऐसा तकलीफ, इतना वीकनेस मैं लाइफ में पहली बार मेरे जीवन में देखी कि इतना तकलीफ मुझे हो रहा था। इतना जैसे मेरे कोई इतना उम्र नहीं है और इस उम्र में मैं बेड में पड़ी हूँ। जब मैं बेड पे थी और मैं कुछ काम नहीं कर पाती थी तो हस्बैंड मतलब बहुत वो एकदम हमेशा उदास उदास रहते थे और मतलब बहुत ही खराब लग रहा है कि मतलब खाना भी वो अच्छे से नहीं खाते थे। मैं उधर थोड़ा देर बैठने का सोचती थी, मैं कोशिश करूँ, लेटे ही रहती थी उनके पास पलंग पे।
लेकिन मैं बोलती थी मैं जगी हूँ ना, आप खाना खाओ। खाना भी नहीं खाते थे कि मुझे, वो बोलते थे मुझे बहुत दुख फील हो रहा कि हमेशा तुम टेबल पे हमारे साथ बैठती थी, आज तुम बेड पे सोई हो। जिस समय मेरा ये हालत थी और एक जिंदा लाश की तरह मैं बेड पे पड़ी हुई थी, मुझे प्रभु यीशु मसीह के ऊपर भरोसा था और अंकुर मिनिस्ट्री के साथ मैं पहले से ही जुड़ी हुई थी। और मैंने चर्च में और ब्रांचेस में आके देखी थी कि कितनी बड़ी बड़ी गवाही होती है, और मुझे इसके लिए भरोसा था कि मैं यहाँ से हील हो जाऊंगी। इसके साथ साथ मेरे परिवार में और भी परमेश्वर ने बहुत बड़े बड़े काम किए थे और इस वजह से भी मुझे विश्वास था। और एक दिन जब मैं सोई थी और परमेश्वर के दास के रूप में मेरे सपने में स्वर्गदूत आया, और स्वर्गदूत जब आए तब मुझे सपने में बोल रहे थे कि तुम्हारी बहन कैसी है। मैं बोली वो तो ठीक है। बोले वो जब कैंसर से ठीक हो सकती है तो क्या तुम इस प्रॉब्लम से ठीक नहीं हो सकती है। बोले तुम हील हो पूरी तरह से, तुम रोवो मत। और सुबह जब मैं उठी तो उसके बाद मुझे वो सपना याद आया और मुझे पता चला कि हाँ सच में मेरी बहन तो कैंसर से हील हुई है और उसका यूट्रस में कैंसर था, पूरी तरह से यूट्रस गल गया था। मेरे बहन भी अंकुर मिनिस्ट्री के साथ जुड़ी हुई थी और परमेश्वर ने उसे चंगा किया था। और फिर मुझे विश्वास हो गया कि परमेश्वर सच में मेरे से बात किए हैं और मैं अब पूरी तरह से चंगी हो जाऊंगी। और मुझे अंकुर मिनिस्ट्री के बारे में पहले से ही पता था। फिर मैंने NM हॉस्पिटल प्रेयर लाइन पे अपने रिक्वेस्ट सेंड किया ताकि जूम ऐप के द्वारा परमेश्वर के दास के द्वारा मेरे ऊपर ले हैंड प्रेयर हो। फिर 2 मार्च 2025 को परमेश्वर के दास ने जूम ऐप के द्वारा प्रेयर की और मैंने उस प्रेयर को रिसीव किया। आप हॉस्पिटल्स में हैं, आप जूम पे हैं, अपने हाथ मेरी हाथ कर बढ़ाएं। और खुदाबंद यीशु मसीह के नाम में चंगाई को मैं रिलीज करता हूं उन स्क्रीन के द्वारा। उसके बाद मेरे बॉडी में एक ठंडक सा महसूस हुआ, ऐसा लगा जैसे किसी ने आइस का गोला रख दिया हो। और मैंने मेरा हाथ जब मैं उठा के देखी तो मेरा हाथ पूरी तरह से जो काम नहीं कर रहा था वो काम करना चालू कर दिया। और मेरे बॉडी में ऐसा लगा कि मुझे ना एक दुगना बल आ गया है। मैं मेरा पैर एकदम ज़मीन पे रखा नहीं जाता था, मुझे खुद से अकेले से खड़ा नहीं होया जाता था। और फिर मैं खुद ही खड़ा हुई और मेरा जो लेफ्ट साइड का बॉडी रुका हुआ था वो काम करना चालू कर दिया। फिर हम बहुत खुश थे और मैं सच बोल रही हूँ कि जो इंसान खड़ा नहीं हो सकता, मैं घुटने पे आके खुदा को धन्यवाद दी कि खुदा तूने ये बल दिया, मैं तेरे इस बल से मैं तेरे महिमा कर रही हूँ परमेश्वर। और मैं बहुत आनंदित हुई। उसी शाम को मैं खाना भी बनाई। जब रात को हस्बैंड काम से घर पे आए, मैं बोले आप एक काम करो किचन में जाओ। और जब वो किचन में गए तो बोले खाना किसने बनाया, क्या दीदी आई थी। मैं बोले दीदी नहीं आई थी, मैं बनाई हूँ खाना। और उस दिन मैं रोज के लिए रोटी भी बनाई। तो पूरे सच में आज ये रोटी में जो सुकून आया ना, पहला जैसे मुझे फील हो रहा है कि तुम बिल्कुल सच में सही हो। और इस चीज़ के लिए ना सब लोग हम लोग बहुत आनंदित हुए। और उस रात को हम तीनों ने बैठ के, मेरी बेटी, मेरे पति, हम तीनों साथ में बैठ के खाना खाएं। पेट से जो स्टेसिस लगाया हुआ था उसमें से ब्लड और पानी आ रहा था, वो पानी आना ही बंद हो गया पूरी तरह से। और 2-3 दिन के अंदर वो पूरी तरह से वो जख्म सूख गया। मतलब डॉक्टर के पास मैं जब गई 2 दिन के बाद तो डॉक्टर हैरान थे, और ये पानी आना बंद कैसे हो गया। बंद तो हुआ लेकिन वो जख्म भी पूरी तरह से सूख चुका था। और डॉक्टर बोले आपको दवाई का जरूरत ही नहीं है, बिल्कुल भी जरूरत नहीं, जो दवाई आपका बचा है उसको बंद कर दो पूरी तरह से। फिर उस प्रेयर के बाद मेरी बॉडी पूरी तरह से हील हो चुकी है और मेरा पेट पूरी तरह से ठीक हो गया। एक नॉर्मल लेडी का जैसे रहता है, जैसे चल फिर पाती हूँ, मैं पूरा घर का मेरा काम कर पाती हूँ, मेरे बच्चों को भी संभाल पाती हूँ, मेरे बच्चों को स्कूल ले जाना जो मैं पहले नहीं कर पाती थी, परमेश्वर ने मुझे उससे दुगना बल दिया है करने के लिए। मैं सब काम कर पाती हूँ। जो आज भी बेड पे पड़े हुए हैं, जो हॉस्पिटल में दाखिल है, मैं यही बताना चाहती हूँ कि प्रभु यीशु मसीह सच में वो महान है। उसका वचन बोलता है तुम मुझ में बने रहो और मैं तुझ में बना रहूँगा, जो चाहो मांगो वह तुम्हारे लिए हो जाएगा। सच में ये वचन मेरे जीवन में पूरा हुआ
और वो सच में बहुत महान काम करने वाला परमेश्वर है। वो जीवन को बचाने वाला परमेश्वर है। वो डॉक्टरों को डॉक्टर है, डॉक्टर जीसस है। जो मुझे चंगा किया वो आपको भी चंगा करने का सामर्थ रखता है। मैं इस बड़ी चंगाई के लिए और नई ज़िंदगी के लिए मैं परमेश्वर का धन्यवाद करती हूँ और परमेश्वर का दास और दासी का भी मैं धन्यवाद करती हूँ। सभी को जय मसीह की। हालेलुया। परमेश्वर ने इस बहन की जिंदगी में बहुत ही बड़ा और अद्भुत काम किया और हमारा विश्वास है जब आप इस बहन की इस गवाही को सुनेंगे तो आप विश्वास करेंगे कि प्रभु यीशु मसीह आज भी जीवित परमेश्वर है और बड़े वो अद्भुत काम करते हैं। तो आइए इस बहन की इस मार्वलस टेस्टमनी को हम देखते हैं। ਹਾਲੇਲੂਇਆ ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਡਿੰਪਲ ਹੈ, ਇਹ ਮੇਰੇ ਮਦਰ ਹੈ, ਇਹਨਾਂ ਦਾ ਨਾਮ ਸੀਮਾ ਹੈ ਔਰ ਅਸੀਂ ਕਪੂਰਥਲਾ ਸ਼ਹਿਰ ਦੇ ਰਹਿਣ ਵਾਲੇ ਹਾਂ। ਅੱਜ ਮੈਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੀ ਹਾਂ। ਨਵੰਬਰ 2023 ਦੀ ਗੱਲ ਹੈ ਕਿ ਮੈਂ ਤੇ ਮੇਰੀ ਫਰੈਂਡ ਐਕਟਿਵਾ ਤੇ ਅਸੀਂ ਕਿਤੇ ਜਾ ਰਹੇ ਸੀਗੇ ਔਰ ਸਡਨਲੀ ਟਰੈਕਟਰ ਆਇਆ ਪਿੱਛੋਂ ਦੀ ਔਰ ਅਸੀਂ ਕੱਟ ਕਰਨ ਲੱਗੇ ਤੇ ਹਿੱਟ ਕੀਤਾ ਟਰੈਕਟਰ ਨੇ ਬਹੁਤ ਜ਼ੋਰ ਦੇ ਨਾਲ ਔਰ ਮੈਂ ਇੱਕਦਮ ਮਤਲਬ ਮੇਰਾ ਫੇਸ ਜੋ ਸੀਗਾ ਉਹ ਮੇਰਾ ਫੇਸ ਟਰੈਕਟਰ ਦੀ ਫਰੰਟ ਸਾਈਡ ਤੇ ਲੱਗਿਆ ਔਰ ਸਕੂਟੀ ਜੋ ਸੀ ਮੈਂ ਇਸੇ ਕੰਡੀਸ਼ਨ ਦੇ ਵਿੱਚ ਸਕੂਟੀ ਮੇਰੀ ਲਾਈਕ ਰਗੜਦੀ ਮੈਂ ਅੱਗੇ ਤੱਕ ਗਈ। ਜਦੋਂ ਸਾਡਾ ਐਕਸੀਡੈਂਟ ਹੋਇਆ ਤੇ ਮੈਨੂੰ ਕੋਈ ਵੀ ਹੋਸ਼ ਨਹੀਂ ਸੀਗੀ, ਮੇਰੀ ਅੱਖਾਂ ਦੇ ਸਾਹਮਣੇ ਹਨੇਰਾ ਆ ਗਿਆ ਸੀ, ਮੈਨੂੰ ਕੁਝ ਵੀ ਪਤਾ ਨਹੀਂ ਸੀਗਾ ਔਰ ਉਸ ਤੋਂ ਬਾਅਦ ਆਸ-ਪਾਸ ਲੋਕ ਇਕੱਠੇ ਹੋ ਗਏ। ਉਹਨਾਂ ਨੇ ਸਾਨੂੰ ਜੋ ਆਸ-ਪਾਸ ਲੋਕ ਖੜੇ ਸੀਗੇ ਉਹਨਾਂ ਨੇ ਸਾਨੂੰ ਹਸਪੀਟਲ RCF ਦੇ ਸਰਕਾਰੀ ਹਸਪੀਟਲ ਦੇ ਵਿੱਚ ਪਹੁੰਚਾਇਆ। ਜਦੋਂ RCF ਦੇ ਹਸਪੀਟਲ ਦੇ ਵਿੱਚ ਮੈਨੂੰ ਪਹੁੰਚਾਇਆ ਗਿਆ ਤੇ ਮੇਰੀ ਕੰਡੀਸ਼ਨ ਨੂੰ ਦੇਖ ਕੇ ਫਿਰ ਡਾਕਟਰਸ ਨੇ ਮੈਨੂੰ ਜਲੰਧਰ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਔਰ ਮੈਨੂੰ ਮਤਲਬ ਡਾਇਰੈਕਟਲੀ ICU ਦੇ ਵਿੱਚ ਸ਼ਿਫਟ ਕੀਤਾ ਗਿਆ। ਮੇਰੀ ਕੰਡੀਸ਼ਨ ਇੰਨੀ ਖਰਾਬ ਸੀ ਕਿ ਮੈਂ ਮਤਲਬ ਹੋਸ਼ ਦੇ ਵਿੱਚ ਹੀ ਨਹੀਂ ਸੀ। ਦੈਨ ਮੇਰੀ ਫੈਮਿਲੀ ਨੂੰ ਵੀ ਕੰਟੈਕਟ ਕੀਤਾ ਗਿਆ। ਜਦੋਂ ਸਾਨੂੰ ਪਤਾ ਲੱਗਿਆ ਹਸਪੀਟਲ ਤੋਂ ਫੋਨ ਆਇਆ, ਅਸੀਂ ਬਾਹਰ ਸੀਗੇ, ਸਾਨੂੰ ਪਤਾ ਨਹੀਂ ਸੀਗਾ ਵੀ ਕੀ ਹੋ ਗਿਆ ਆ ਪਿੱਛੋਂ। ਤਾਂ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਅਸੀਂ ਬਹੁਤ ਪਰੇਸ਼ਾਨ ਹੋਏ, ਉੱਦਾਂ ਹੀ ਅਸੀਂ ਉੱਠ ਕੇ ਚੱਲ ਪਏ। ਜਦੋਂ ਅਸੀਂ ICU ਦੇ ਵਿੱਚ ਗਏ ਆ ਅਸੀਂ ਦੇਖਿਆ ਜਾ ਕੇ ਬੱਚੀ ਦੀ ਹਾਲਤ ਬਹੁਤ ਖਰਾਬ ਸੀਗੀ, ਦੇਖ ਨਹੀਂ ਸੀ ਹੋ ਰਹੀ, ਬਹੁਤ ਬੁਰੀ ਕੰਡੀਸ਼ਨ ਸੀਗੀ। ਅਸੀਂ ਉੱਥੇ ਹੀ ਖੜੇ ਹੀ ਰਹਿ ਗਏ ਵੀ ਕੀ ਹੋ ਗਿਆ ਆ ਇਸ ਬੱਚੀ ਦੇ ਨਾਲ। ਫੇਸ ਇਹਦਾ ਬਹੁਤ ਖਰਾਬ ਹੋਇਆ ਪਿਆ ਸੀਗਾ, ਕੱਪੜੇ ਇਹਦੇ ਲਹੂ ਲਹਾਨ ਹੋਏ ਪਏ ਸੀਗੇ, ਅੱਖਾਂ ਇਹਦੀਆਂ ਬਹੁਤ ਰੈੱਡ ਹੋਈਆਂ ਪਈਆਂ ਸੀ ਖੂਨ ਦੇ ਨਾਲ, ਸਿਰ ਬਹੁਤ ਹੋਇਆ ਪਿਆ ਸੀਗਾ, ਸੁੱਜ ਕੇ ਸਵੈਲਿੰਗ ਹੋਈ ਪਈ ਸੀਗੀ। ਤਾਂ ਪਰ ਦੇਖ ਨਹੀਂ ਸੀ ਹੋ ਰਹੀ, ਪਛਾਣ ਹੀ ਨਹੀਂ ਸੀ ਹੋ ਰਹੀ ਵੀ ਇਹ ਉਹੀ ਸਾਡੀ ਬੱਚੀ ਆ। ਫਿਰ ਡਾਕਟਰਾਂ ਨੇ ਸਾਨੂੰ ਦੱਸਿਆ, ਸਕੈਨਿੰਗ ਕੀਤੀ ਇਹਦੀ, ਐਕਸ-ਰੇ ਕੀਤੇ, ਫਿਰ ਉਹਨਾਂ ਨੇ ਦੱਸਿਆ ਇਹਦੇ ਦਿਮਾਗ ਦੇ ਵਿੱਚ ਕਲੋਡ ਹੋ ਗਏ ਆ, ਬਣ ਗਏ ਆ। ਤਾਂ ਇਹਦੇ ਮੂੰਹ ਦੀਆਂ ਹੱਡੀਆਂ ਵੀ ਦੋਨਾਂ ਸਾਈਡਾਂ ਤੋਂ ਕਰੈਕ ਹੋ ਗਈਆਂ ਆ। ਤਾਂ ਇਹਦੇ ਦੰਦਾਂ ਦਾ ਚਵਾੜਾ ਵੀ ਸਾਰਾ ਹਿੱਲ ਗਿਆ ਆ। ਤਾਂ ਇਹ ਸਾਰਾ ਇਹਦੇ ਟੰਕੇ ਵਗੈਰਾ ਲੱਗਣਗੇ ਵੀ ਸਾਰੀ ਸੀਰੀਅਸ ਇਹਦੇ ਫੇਸ ਦੀ ਕੰਡੀਸ਼ਨ ਹੋਈ ਪਈ ਆ। ਡਾਕਟਰਾਂ ਨੇ ਇਹ ਕਿਹਾ ਸੀਗਾ ਵੀ ਇਹਦੇ ਦਿਮਾਗ ਦੇ ਵਿੱਚ ਜਿਹੜੇ ਕਲਾਉਡ ਆ ਇਹਦੇ ਨਾਲ ਇਹਦੀ ਦਿਮਾਗੀ ਹਾਲਤ ਖਰਾਬ ਵੀ ਹੋ ਸਕਦੀ ਆ, ਇਹਨੂੰ ਦੌਰੇ ਵੀ ਪੈ ਸਕਦੇ ਆ, ਮੈਂਟਲੀ ਅਪਸੈਟ ਵੀ ਹੋ ਸਕਦੀ ਆ। ਤਾਂ ਇਹਦੇ ਫੇਸ ਦੇ ਉੱਪਰ ਜਿੰਨੇ ਖਰਾਬ ਹੋਇਆ ਪਿਆ ਇਹਦੇ ਵਿੱਚ ਪਲੇਟਾਂ ਪੈਣੀਆਂ ਆ, ਇਹਦਾ ਆਪਰੇਸ਼ਨ ਵਗੈਰਾ ਹੋਣਾ ਆ, ਸਰਜਰੀ ਹੋਣੀ ਆ। ਫਿਰ ਡਾਕਟਰਾਂ ਨੇ ਮੇਰੀ ਬੇਟੀ ਦੀ ਸਰਜਰੀ ਕੀਤੀ, ਫਿਰ ਵੀ ਉਹਨਾਂ ਦੇ ਨਾਲ ਕਰਨ ਦੇ ਨਾਲ ਵੀ ਨਹੀਂ ਸੀ ਠੀਕ ਹੋ ਰਹੀ ਆ, ਖਾਣਾ ਵੀ ਨਹੀਂ ਸੀ ਇਹਦੇ ਕੋਲ ਖਾ ਹੋ ਰਿਹਾ, ਲਿਕਵਿਡ ਤੇ ਹੀ ਸੀਗੀ ਇਹ। ਅਸੀਂ ਜਦੋਂ ਬਾਹਰ ICU 'ਚ ਬੈਠੇ ਹੁੰਦੇ ਸੀਗੇ ਅਸੀਂ ਬਹੁਤ ਪਰੇਸ਼ਾਨ ਰਹਿੰਦੇ ਹੁੰਦੇ ਸੀਗੇ ਵੀ ਪਤਾ ਨਹੀਂ ਸਾਡੀ ਬੇਟੀ ਨੇ ਠੀਕ ਹੋਣਾ ਜਾਂ ਕਿੱਦਾਂ ਹੋਣਾ ਆ। ਫਿਰ ਮੇਰੇ ਹਸਬੈਂਡ ਵੀ ਬਹੁਤ ਪਰੇਸ਼ਾਨ ਰਹਿੰਦੇ ਸੀ, ਜਿੱਦਾਂ ਇਹਦੇ ਤੋਂ ਛੋਟੇ ਇਹਦੇ ਭੈਣ ਭਰਾ ਆ, ਉਹ ਵੀ ਬਹੁਤ ਰੋਂਦੇ ਸੀਗੇ ਵੀ ਦੀਦੀ ਨੇ ਪਤਾ ਨਹੀਂ ਕਦੋਂ ਨੂੰ ਠੀਕ ਹੋ ਕੇ ਜਲਦੀ ਘਰ ਆਉਣਾ ਆ। ਅਸੀਂ ਸਾਰੇ ਜਣੇ ਬਹੁਤ ਪਰੇਸ਼ਾਨ ਰਹਿੰਦੇ ਸੀ ਇਹ ਸੋਚ ਕੇ। ਸਰਜਰੀ ਤੋਂ ਬਾਅਦ ਜਦੋਂ ਮਤਲਬ ਮੇਰੀ ਕੰਡੀਸ਼ਨ ਇੰਨੀ ਖਰਾਬ ਸੀਗੀ, ਇੰਨਾ ਮਤਲਬ ਮੈਂ ਪੇਨ ਦੇ ਵਿੱਚ ਸੀ, ਮੇਰੇ ਮਤਲਬ
ਹੈਡ ਨੂੰ ਵੀ ਮੈਂ ਮਤਲਬ ਦੋਨਾਂ ਹੱਥਾਂ ਦੇ ਨਾਲ ਫੜ ਕੇ ਫੇਰ ਉੱਠਦੀ ਹੁੰਦੀ ਸੀ। ਇੰਨਾ ਮੈਨੂੰ ਭਾਰੀਪਨ ਲੱਗਦਾ ਸੀਗਾ, ਇੰਨਾ ਹੈਵੀ ਫੀਲ ਹੁੰਦਾ ਸੀ ਮੇਰਾ, ਮਤਲਬ ਮਾਈਂਡ ਕੀ ਪਤਾ ਨਹੀਂ ਕੀ ਆ। ਤੇ ਮਤਲਬ ਮੈਂ ਸਾਈਡ ਨੂੰ ਵੀ ਮਤਲਬ ਨਹੀਂ ਪੈ ਸਕਦੀ ਸੀਗੀ, ਮਤਲਬ ਮੈਨੂੰ ਸਿੱਧੇ ਹੀ ਲੇਟਣੇ ਪੈਂਦਾ ਸੀਗਾ। ਦੋਨੋਂ ਮਤਲਬ ਮੇਰੀਆਂ ਚੀਕਸ ਤੇ ਬਹੁਤ ਜ਼ਿਆਦਾ ਰਗੜਾ ਲੱਗੀਆਂ ਹੋਈਆਂ ਸੀਗੀਆਂ, ਔਰ ਮਤਲਬ ਮੇਰੇ ਜੋ ਜਬਾੜਾ ਸੀਗਾ ਉਹ ਵੀ ਮਤਲਬ ਬਹੁਤ ਹੀ ਟੁੱਟਿਆ ਪਿਆ ਸੀਗਾ, ਤੇ ਮੈਨੂੰ ਮਤਲਬ ਪੇਨ ਬਹੁਤ ਜ਼ਿਆਦਾ ਹੁੰਦੀ ਸੀਗੀ। ਮੇਰਾ ਮੂੰਹ ਤੱਕ ਨਹੀਂ ਸੀ ਮੈਂ ਖੋਲ ਪਾਉਂਦੀ, ਬੋਲਣ ਦੇ ਵਿੱਚ ਵੀ ਮੈਨੂੰ ਬਹੁਤ ਪ੍ਰੋਬਲਮ ਆਉਂਦੀ ਸੀਗੀ, ਤੇ ਖਾਣਾ ਪੀਣਾ ਤੇ ਬਹੁਤ ਦੂਰ ਦੀ ਗੱਲ ਸੀਗੀ। ਮਤਲਬ ਮੈਂ ਲਿਕੁਇਡ ਡਾਈਟ ਤੇ ਸੀਗੀ। ਨਰਸਿਸ ਮੈਨੂੰ ਕਹਿੰਦੀਆਂ ਸੀਗੀਆਂ ਕਿ ਮਤਲਬ ਤੁਸੀਂ ਵਾਸ਼ਰੂਮ ਨਹੀਂ ਜਾਣਾ ਹੈਗਾ, ਕਿਉਂਕਿ ਮੇਰੇ ਪੈਰ ਤੇ ਵੀ ਕਾਫੀ ਇੰਜਰੀਜ਼ ਹੋਈਆਂ ਪਈਆਂ ਸੀਗੀਆਂ, ਬਹੁਤ ਜ਼ਿਆਦਾ ਮਤਲਬ ਗਹਿਰੇ ਜ਼ਖਮ ਸੀਗੇ, ਜਿਹਦੇ ਨਾਲ ਕਿ ਮੈਨੂੰ ਤੁਰਨਾ ਫਿਰਨਾ ਵੀ ਪ੍ਰੋਬਲਮ ਲੱਗਦੀ ਸੀਗੀ। ਹਸਪੀਟਲ ਦੇ ਵਿੱਚ ਫਿਰ ਵੀਲ ਚੇਅਰ ਦੇ ਉੱਤੇ ਹੀ ਮੈਨੂੰ ਜਦੋਂ ਲੈ ਕੇ ਗਏ ਵਾਸ਼ਰੂਮ, ਤੇ ਮੈਂ ਆਪਣਾ ਫੇਸ ਦੇਖਿਆ, ਮੇਰਾ ਫੇਸ ਇੱਕਦਮ ਬਦਲ ਚੁੱਕਿਆ ਸੀਗਾ, ਖਰਾਬ ਹੋ ਚੁੱਕਿਆ ਹੋਇਆ ਸੀਗਾ, ਟੇਢਾ ਹੋ ਗਿਆ ਸੀ ਮੇਰਾ ਫੇਸ, ਲਿਪਸ ਇੱਕ ਸਾਈਡ ਨੂੰ ਜਾ ਰਹੇ ਸੀਗੇ, ਮਤਲਬ ਬਹੁਤ ਹੀ ਜ਼ਿਆਦਾ ਖਰਾਬ ਹੋਇਆ ਪਿਆ ਸੀਗਾ ਫੇਸ ਮੇਰਾ। ਸਿਰ ਦੇ ਉੱਤੇ ਪੱਟੀਆਂ ਬੰਨੀਆਂ ਹੋਈਆਂ ਸੀਗੀਆਂ, ਬਹੁਤ ਭਾਰੀਪਨ ਸੀਗਾ ਲੱਗਦਾ। ਮੇਰੀ ਕੰਡੀਸ਼ਨ ਨੂੰ ਦੇਖ ਕੇ ਡਾਕਟਰਸ ਨੇ ਕਿਹਾ ਕਿ ਮਤਲਬ ਅਪਰੋਕਸੀਮੇਟਲੀ 1 ਈਅਰ ਲੱਗ ਜਾਏਗਾ ਰਿਕਵਰ ਹੋਣ ਨੂੰ, ਜਿਸ ਹਿਸਾਬ ਦੇ ਨਾਲ ਇਹਦੀ ਸੀਰੀਅਸ ਕੰਡੀਸ਼ਨ ਆ। ਤੇ ਮੈਂ ਮਤਲਬ 4 ਦਿਨ ਤੱਕ ਮੈਂ ਆਈਸੀਯੂ ਦੇ ਵਿੱਚ ਰਹੀ ਹਾਂ, ਔਰ ਜਿੰਨਾ ਟਾਈਮ ਵੀ ਮੈਂ ਆਈਸੀਯੂ ਦੇ ਵਿੱਚ ਰਹੀ ਹਾਂ ਮੈਂ ਵੈਂਟੀਲੇਟਰ ਤੇ ਸੀ, ਬਹੁਤ ਹੀ ਕ੍ਰਿਟੀਕਲ ਕੰਡੀਸ਼ਨ ਸੀ। ਮੇਰੀ ਕੰਡੀਸ਼ਨ ਨੂੰ ਦੇਖ ਕੇ ਮੇਰੀ ਫੈਮਿਲੀ ਵੀ ਸਾਰੇ ਹੀ ਮਤਲਬ ਮੈਨੂੰ ਦੇਖ ਕੇ ਰੋਂਦੇ ਸੀਗੇ, ਤੇ ਉਹ ਵੀ ਮਤਲਬ ਮੇਰਾ ਫੇਸ ਦੇਖ ਕੇ ਹੈਰਾਨ ਹੋ ਰਹੇ ਸੀ, ਪਤਾ ਨਹੀਂ ਹੁਣ ਫੇਸ ਇਹਦਾ ਮਤਲਬ ਠੀਕ ਹੋਣਾ ਆ ਕਿ ਨਹੀਂ ਹੋਣਾ ਆ, ਵੀ ਇਹ ਚਿਹਰੇ ਦੇ ਉੱਤੇ ਦਾਗ ਆ ਜੋ ਪਤਾ ਨਹੀਂ ਜਾਣੇ ਵੀ ਆ ਕਿ ਨਹੀਂ ਹੋਣੇ ਆ। ਫਿਰ ਕੁਝ ਦਿਨਾਂ ਬਾਅਦ ਡਾਕਟਰ ਨੇ ਮੈਨੂੰ ਡਿਸਚਾਰਜ ਕਰ ਦਿੱਤਾ, ਔਰ ਕਾਫੀ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਮਤਲਬ ਬੈੱਡ ਤੇ ਹੀ ਰਹਿਣਾ ਆ, ਤੁਸੀਂ ਆਪਣੇ ਮਤਲਬ ਲੈਗ ਨੂੰ ਜ਼ਿਆਦਾ ਨਹੀਂ ਉੱਪਰ ਥੱਲੇ ਕਰਨਾ, ਮਤਲਬ ਸਿੱਧੇ ਹੀ ਤੁਸੀਂ ਸੋਣਾ ਆ, ਕਿਉਂਕਿ ਮੇਰੀ ਜੌ ਲਾਈਨ ਵੀ ਮਤਲਬ ਬ੍ਰੇਕ ਹੋ ਚੁੱਕੀ ਸੀ, ਉਹਦੀ ਵੀ ਸਰਜਰੀ ਹੋਈ ਸੀ, ਜਿਸ ਕਰਕੇ ਕਿ ਮੈਂ ਮਤਲਬ ਇੱਕ ਸਾਈਡ ਤੇ ਹੀ ਸੌਂਦੀ ਸੀਗੀ। ਡਾਕਟਰਸ ਨੇ ਕਿਹਾ ਸੀ ਮਤਲਬ ਤੁਸੀਂ ਆਪਣੇ ਸਹਾਰੇ ਖੁਦ ਨਹੀਂ ਚੱਲਣਾ ਹੈਗਾ ਆ, ਲਿਕੁਇਡ ਡਾਈਟ ਲੈਣੀ ਆ, ਔਰ ਖਾਣਾ ਵੀ ਬਿਲਕੁਲ ਨਹੀਂ ਖਾਣਾ, ਕੋਈ ਵੀ ਸਖਤ ਚੀਜ਼ ਨਹੀਂ ਖਾਣੀ ਆ ਤੁਸੀਂ। ਪਰ ਜਿਸ ਟਾਈਮ ਮੇਰੀ ਇਹ ਕੰਡੀਸ਼ਨ ਸੀ, ਮੇਰਾ ਔਰ ਮੇਰੀ ਫੈਮਿਲੀ ਦਾ ਫੇਥ ਪਰਮੇਸ਼ਰ ਤੇ ਸੀ। ਅਸੀਂ ਪਹਿਲਾਂ ਤੋਂ ਹੀ ਅੰਕੁਰਲਾ ਮਿਨਿਸਟਰੀ ਨਾਲ ਜੁੜੇ ਹੋਏ ਸੀਗੇ, ਔਰ ਮਿਨਿਸਟਰੀ ਦੇ ਵਿੱਚ ਚਰਚ ਦੇ ਵਿੱਚ ਅਸੀਂ ਬਹੁਤ ਸਾਰੀਆਂ ਵੱਡੀਆਂ ਗਵਾਹੀਆਂ ਨੂੰ ਸੁਣਿਆ, ਔਰ ਸਾਡਾ ਫੇਥ ਜੋ ਸੀ ਉਹ ਨੈਕਸਟ ਲੈਵਲ ਤੇ ਸੀਗਾ। ਮੇਰਾ ਵਿਸ਼ਵਾਸ ਸੀਗਾ ਕਿ ਪਰਮੇਸ਼ਰ ਮੈਨੂੰ ਵੀ ਜਲਦੀ ਰਿਕਵਰੀ ਦੇ ਨਾਲ ਖੜਾ ਕਰੇਗਾ, ਮੈਨੂੰ ਵੀ ਜਲਦੀ ਵੱਡੀ ਗਵਾਹੀ ਦੇ ਨਾਲ ਖੜਾ ਕਰੇਗਾ। ਫਿਰ ਮੇਰੀਆਂ ਸਿਸਟਰਸ ਨੇ ਮੈਂ ਹਸਪੀਟਲ ਪ੍ਰੇਅਰ ਲਾਈਨ ਦੇ ਉੱਤੇ ਮੇਰੀ ਪ੍ਰੇਅਰ ਰਿਕੁਐਸਟ ਨੂੰ ਸੈਂਡ ਕੀਤਾ। ਫਿਰ 26 ਨਵੰਬਰ 2023 ਨੂੰ ਪਰਮੇਸ਼ਰ ਦੇ ਦਾਸ ਨੇ ਜ਼ੂਮ ਐਪ ਦੇ ਦੁਆਰਾ ਮੇਰੇ ਉੱਤੇ ਲੇ ਹੈਂਡ ਪ੍ਰਾਰਥਨਾ ਕੀਤੀ। सबके लिए मैं प्रार्थना करता हूं खुदावंद, जो भी इस प्रेयर लाइन में जुड़े हुए हैं, तुम सब प्रार्थनाओं के नीचे हो, प्रेयर माउंटेन्स की प्रेयर्स के नीचे हो, ग्रेस के नीचे हो, हीलिंग के नीचे हो। इन जीसस नेम चंगे हो जाओ और आजाद हो जाओ। मैं उस प्रार्थना ਨੂੰ ਜਦੋਂ ਸੁਣਿਆ ਤੇ ਮੇਰੇ ਗੂਸ ਬੰਪਸ ਹੋ ਗਏ, ਔਰ ਮੈਨੂੰ ਹੀਟ ਫੀਲ ਹੋਈ, ਮੈਨੂੰ ਇਦਾਂ ਫੀਲ ਹੋਇਆ ਕਿ ਮੇਰੇ ਅੰਦਰ ਹੀਲਿੰਗ ਐਂਟਰ ਹੋ ਰਹੀ ਆ। ਔਰ ਉਸ ਦਿਨ ਤੋਂ ਬਾਅਦ ਨੈਕਸਟ ਡੇ ਹੀ ਮੈਂ ਖਾਣਾ ਸਟਾਰਟ ਕਰ ਦਿੱਤਾ ਸੀਗਾ, ਔਰ ਉਸ ਦਿਨ ਤੋਂ ਬਾਅਦ ਹੀ ਮੇਰੀ ਰਿਕਵਰੀ ਸਟਾਰਟ ਹੋ ਗਈ। ਔਰ ਜਿੱਥੇ ਡਾਕਟਰਸ ਕਹਿ ਰਹੇ ਸੀਗੇ ਕਿ 1 ਸਾਲ ਲੱਗਣਾ ਹੈ ਰਿਕਵਰ ਹੋਣ ਨੂੰ, ਫੇਸ ਨੂੰ ਰਿਕਵਰ ਹੋਣ ਨੂੰ, ਉੱਥੇ ਮੈਂ 15 ਦਿਨਾਂ ਦੇ ਵਿੱਚ ਮੈਂ ਖੁਦ ਤੋਂ ਚੱਲ ਫਿਰ ਪਾ ਰਹੀ ਸੀਗੀ, ਖੁਦ ਤੋਂ ਮੈਂ ਤੁਰ ਫਿਰ ਰਹੀ ਸੀਗੀ। ਡਾਕਟਰਸ ਦਾ ਕਹਿਣਾ ਸੀਗਾ ਕਿ ਮੈਨੂੰ ਮੈਂਟਲੀ ਅਟੈਕਸ ਹੋ ਸਕਦੇ ਆ, ਦੌਰੇ ਵੀ ਪੈ ਸਕਦੇ ਆ ਇਨ ਫਿਊਚਰ, ਔਰ ਮੇਰੀ ਮੈਂਟਲ ਹੈਲਥ ਜੋ ਆ ਉਹ ਖਰਾਬ ਹੋ ਸਕਦੀ ਆ। ਬਟ ਪ੍ਰੇਅਰ ਤੋਂ ਬਾਅਦ ਇੱਦਾਂ ਦਾ ਕੁਝ ਵੀ ਨਹੀਂ ਹੋਇਆ, ਔਰ ਇੰਨੀ ਫਾਸਟ ਰਿਕਵਰੀ ਹੋਈ ਕਿ ਮੈਂ ਖੁਦ ਸ਼ੌਕ ਸੀਗੀ, ਔਰ ਮੇਰੀ ਫੈਮਿਲੀ ਵੀ ਹੈਰਾਨ ਸੀਗੀ ਕਿ ਮਤਲਬ ਇੰਨੀ ਜਲਦੀ ਕਿੱਦਾਂ ਰਿਕਵਰ ਹੋ ਗਈ, ਕਿੱਦਾਂ ਫਿਰ ਤੋਂ ਮਤਲਬ ਚੱਲਣ ਫਿਰਨ ਲੱਗ ਪਈ ਆ। 15 ਦਿਨਾਂ ਦੇ ਵਿੱਚ ਮੇਰੀ ਰਿਕਵਰੀ ਹੋਈ ਪ੍ਰੇਅਰ ਤੋਂ ਬਾਅਦ। ਉਸ ਦਿਨ ਤੋਂ ਬਾਅਦ ਹੁਣ ਮੈਂ ਪ੍ਰੋਪਰਲੀ ਹੀਲਡ ਆ, ਔਰ ਮੈਂ ਆਪਣੇ ਕੰਮ ਖੁਦ ਤੋਂ ਕਰ ਪਾ ਰਹੀ ਹਾਂ, ਮੈਂ ਖੁਦ ਚੱਲ ਫਿਰ ਰਹੀ ਹਾਂ, ਮੈਨੂੰ ਮਤਲਬ ਕਿਸੇ ਦੇ ਸਹਾਰੇ ਦੀ ਜ਼ਰੂਰਤ ਨਹੀਂ ਹੈ, ਮੈਂ ਡਿਪੈਂਡ ਨਹੀਂ ਹਾਂ, ਮੈਂ ਖਾਣਾ ਪੀਣਾ ਵੀ ਹੁਣ ਕੁਝ ਵੀ ਖਾ ਸਕਦੀ ਹਾਂ, ਮੈਨੂੰ ਕੋਈ ਰਿਸਟ੍ਰਿਕਸ਼ਨਸ ਨਹੀਂ ਆ ਵੀ ਮਤਲਬ ਲਿਕੁਇਡ ਡਾਈਟ ਹੀ ਲੈਣੀ ਆ। ਮਤਲਬ ਮੈਂ ਬਿਲਕੁਲ ਹੀਲਡ ਆ, ਪ੍ਰੋਪਰ ਰਿਕਵਰੀ ਹੋ ਚੁੱਕੀ ਹੋਈ ਆ ਮੇਰੀ। ਹੁਣ ਮੇਰੀ ਬੇਟੀ ਨੂੰ ਕੋਈ ਪ੍ਰੋਬਲਮ ਨਹੀਂ ਆ, ਸਾਰਾ ਕੁਝ ਇਹ ਖਾਣਾ ਖਾਂਦੀ ਆ,
ਤੁਰਦੀ ਫਿਰਦੀ ਆ, ਸਾਰੇ ਕੰਮ ਕਰਦੀ ਆ ਘਰ ਦੇ, ਕੋਈ ਸਾਨੂੰ ਟੈਨਸ਼ਨ ਨਹੀਂ ਇਹਦੀ। ਹੁਣ ਸਾਰੇ ਕੰਮਾਂ 'ਚ ਠੀਕ ਆ ਇਹ, ਅਸੀਂ ਬਹੁਤ ਸ਼ੁਕਰਗੁਜ਼ਾਰ ਆ। ਔਰ ਮੇਰਾ ਫੇਥ ਹੈ ਕਿ ਜਿਸ ਤਰ੍ਹਾਂ ਪਰਮੇਸ਼ਰ ਨੇ ਮੈਨੂੰ ਹੀਲ ਕੀਤਾ, ਮੈਨੂੰ ਚੰਗਾ ਕੀਤਾ ਆ, ਉਸੇ ਤਰ੍ਹਾਂ ਪਰਮੇਸ਼ਰ ਤੁਹਾਨੂੰ ਵੀ ਹੀਲ ਕਰਨ ਦੀ ਸਾਮਰਥ ਰੱਖਦਾ ਆ। ਆਪਣਾ ਫੇਥ ਪਰਮੇਸ਼ਰ ਨੂੰ ਦਿਖਾਓ, ਆਪਣਾ ਵਿਸ਼ਵਾਸ ਦਿਖਾਓ। ਪਰਮੇਸ਼ਰ ਤੁਹਾਨੂੰ ਵੀ ਪਾਵਰਫੁਲ ਵੇ ਦੇ ਨਾਲ ਛੁਡਾਉਣ ਦੀ, ਛੁਟਕਾਰਾ ਦੇਣ ਦੀ, ਹੀਲ ਕਰਨ ਦੀ ਪਾਵਰ ਰੱਖਦਾ ਆ। ਹੁਣ ਮੈਂ ਇਸ ਮਿਰਾਕਲਸ ਹੀਲਿੰਗ ਦੇ ਲਈ ਪਰਮੇਸ਼ਰ ਦਾ ਥੈਂਕਸ ਕਰਦੀ ਹਾਂ, ਪਰਮੇਸ਼ਰ ਦੇ ਦਾਸ ਦਾਸੀ ਦਾ ਥੈਂਕਸ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ ਦੀ। तारीफ करें सबसे जोर।